ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਨਾਉ ਭੋਲੂ ਜਾਤ ਕੇ ਸੇਖੜ ਸਾਧ ਸੁਜਾਨ। ਜੱਟੂ ਪੀਵਾ ਜਾਤ ਕਾ ਮੂਲਾ ਪੁਰਖ ਮਹਾਨ। ਨਾਉ ਭੋਲੂ ਜਾਤ ਕੇ ਸੇਖੜ ਸਾਧ ਸੁਜਾਨ। ਜੱਟੂ ਭੀਵਾ ਜਾਤ ਕਾ ਮੂਲਾ ਪੁਰਖ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ ਮਿਹਰਾਮਤਾਂ ਦਾ ਸਾਗਰ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ। ਦਇਆ ਨਿਧ ਧੰਨ ਧੰਨ ਸਾਹਿਬ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀਨਾ ਬੰਧੂ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਮਿਹਰਾਮਤ ਕਰਕੇ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਕੜੀਆਂ ਦਾ ਆਨੰਦ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਵਡਭਾਗੇ ਹਾਂ ਜੋ ਨਿਤਾ ਪ੍ਰਤੀ ਗਰੀਬ ਨਵਾਜ ਮਹਾਰਾਜ ਦੀ ਨਿੱਘੀ ਗੋਦ ਅੰਦਰ ਸਾਜ ਕਰਕੇ ਉਸ ਖਾਟ ਭਗਾ ਸੰਪੰਨ ਪ੍ਰਭੂ ਪਰਮੇਸ਼ਰ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਾਦਿਓ ਪਵਿੱਤਰੋ ਯਦੀ ਤੀਰਥ ਯਾਤਰਾ ਹਸਤੋ ਪਵਿੱਤਰੋ ਯਦੀ ਦਾਨ ਪੁੰਨਯੰ ਵਾਕਿਅੰ ਪਵਿੱਤਰੋ ਯਦੀ ਰਾਮ ਨਾਮੰ ਹਿਰਦਯੰ ਪਵਿੱਤਰੰ ਯਦੀ ਬ੍ਰਹਮ ਨਿਸ਼ਠਾ। ਉਹ ਰਸਨਾ ਧੰਨ ਹੈ ਖਾਲਸਾ ਜੀ ਜਿਹੜੀ ਪਰਮੇਸ਼ਰ ਦੇ ਗੁਣ ਗਾਵੇ। ਉਹ ਕੰਨ ਵੀ ਧੰਨ ਹੈ ਜਿਨ੍ਹਾਂ ਕੰਨਾਂ ਨੂੰ ਪਰਮੇਸ਼ਰ ਦੀ ਸੋਭਾ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਮਨੁੱਖਾ ਸਰੀਰ ਸਫਲ ਹੈ, ਸਵਾਸ ਸਫਲ ਹੈ, ਉਹ ਸਮਾਂ ਉਹ ਸਵਾਸ ਸਫਲ ਹੈ ਜਿਸ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਆਵੇ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਆਪ ਨਿਤਾ ਪ੍ਰਤੀ ਮਹਾਰਾਜ ਦੀ ਸੋਭਾ ਸਰਵਣ ਕਰਦਿਆਂ ਹੋਇਆਂ ਜੀਵਨ ਦਾ ਭਾਰੀ ਲਾਹਾ ਪ੍ਰਾਪਤ ਕਰ ਰਹੇ ਹੋ। ਲੜੀਵਾਰ ਰੂਪ ਅੰਦਰ ਚੱਲ ਰਹੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਗਾਥਾ ਜਿਸ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦਾ ਪਵਿੱਤਰ ਇਤਿਹਾਸ ਆਪਾਂ ਸਰਵਣ ਕੀਤਾ ਹੈ। ਉਹਨਾਂ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਹੈ ਜਿਹੜੇ ਵੀ ਹਜ਼ੂਰ ਦੇ ਪਾਸ ਸਿੱਖਿਆ ਲੈਣ ਵਾਸਤੇ ਆਉਂਦੇ। ਮਨ ਦਾ ਕੋਈ ਸ਼ੰਕਾ ਮਹਾਰਾਜ ਦੇ ਅੱਗੇ ਰੱਖਦੇ। ਨਿਮਰਤਾ ਦੇ ਪੁੰਜ ਸੱਚੇ ਪਾਤਸ਼ਾਹ ਜੀ ਬਹੁਤ ਦਇਆ ਕਰਦੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਹੋਏ ਗਿਰ ਭਰਿਆ ਪਰਾ ਕਰੇਜੇ ਛੇਕ। ਇਹੋ ਜਿਹੀ ਦਇਆ ਹੋ ਰਹੀ ਹੈ। ਮਹਾਰਾਜ ਸਭ ਨੂੰ ਸੁੱਖ ਬਖਸ਼ ਰਹੇ ਹੈ। ਜਿਵੇਂ ਆਪਾਂ ਪਿੱਛੇ ਪ੍ਰਸੰਗ ਸਰਵਣ ਕੀਤਾ ਹੈ, ਭਾਈ ਇੱਕ ਵਿਸ਼ਨੂੰ ਜੀ ਬੀਬੜਾ ਗੋਤ ਦਾ ਭਾਈ ਸੁੰਦਰ ਜਿਨ੍ਹਾਂ ਨੂੰ ਭਾਈ ਸੁੰਦਰ ਮਾਛੀ ਆਖਦੇ ਹੈ, ਇਹ ਮਿਲ ਕੇ ਮਹਾਰਾਜ ਦੇ ਪਾਸ ਪਹੁੰਚੇ ਔਰ ਗਰੀਬ ਨਵਾਜ ਸਤਿਗੁਰਾਂ ਦੇ ਪਾਸ ਰਹਿ ਕੇ ਸਿੱਖੀ ਧਾਰਨ ਕੀਤੀ। ਲੰਮਾ ਸਮਾਂ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਅਤੇ ਇਸ ਤੋਂ ਇਲਾਵਾ ਹੋਰ ਬੇਅੰਤ ਗੁਰਮੁਖ ਪਿਆਰੇ ਜਿਹਦੇ ਵਿੱਚ ਭਾਈ ਤੀਰਥਾ ਵਰਗੇ, ਭਾਈ ਨਿਹਾਲੂ ਜੀ ਵਰਗੇ, ਭਾਈ ਜੱਟੂ, ਭਾਈ ਭਾਨੂ ਵਰਗੇ ਸਿੱਖ ਵੀ ਪਹੁੰਚੇ ਸੀ। ਇਹਨਾਂ ਸਵਾਲ ਕੀਤਾ ਸੀ, ਮਹਾਰਾਜ ਵੀ ਤੁਹਾਡੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਅਤੇ ਗੁਰਬਾਣੀ ਦਾ ਮੁੱਖ ਵਾਕ ਇਹ ਪੰਕਤੀਆਂ ਆਉਂਦੀਆਂ ਹੈ ਵੀ ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਭਰਮੇਤ। ਇਹ ਜੈਤ ਸ੍ਰੀ ਦੀ ਵਾਰ ਦੀਆਂ ਪੰਕਤੀਆਂ ਵੀ ਪਾਤਸ਼ਾਹ ਇਹ ਤੁਹਾਡੇ ਬਚਨ ਹੈ ਵੀ ਜੋ ਮਨੁੱਖ ਕਰੇਗਾ ਨੂੰ ਵੱਢਣਾ ਪਵੇਗਾ, ਭਾਵ ਭੋਗਣਾ ਪਵੇਗਾ। ਅਤੇ ਮਹਾਰਾਜ ਇਹ ਆਪ ਜੀ ਦੇ ਬਚਨ ਆ ਵੀ ਮਨੁੱਖ ਨੂੰ ਜੋ ਕਰਨਾ ਉਹ ਕਰਨੀ ਦਾ ਫਲ ਉਹ ਭੋਗੇਗਾ ਮਨੁੱਖ।
ਪਰ ਨਾਲੇ ਮਹਾਰਾਜ ਜੀ ਤੁਹਾਡੀ ਬਾਣੀ ਕਹਿੰਦੀ ਹੈ ਵੀ ਕਰੈ ਕਰਾਵੇ ਆਪੇ ਆਪ, ਵੀ ਉਹ ਪਰਮੇਸ਼ਰ ਜਿਹੜਾ ਹੈ ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਮਾਰੈ ਰਾਖੈ ਏਕੋ ਆਪ, ਮਾਨੁਖ ਕੇ ਕਿਛ ਨਾਹੀ ਹਾਥ। ਵੀ ਮਨੁੱਖ ਦੇ ਕੁਝ ਵੀ ਹੱਥ ਵਿੱਚ ਨਹੀਂ, ਜੋ ਕਰਦਾ ਪਰਮੇਸ਼ਰ ਕਰਦਾ ਹੈ। ਤੇ ਫਿਰ ਮਹਾਰਾਜ ਜੇ ਮਨੁੱਖ ਪਾਪ ਕਰਦਾ ਤੇ ਉਹ ਵੀ ਪਰਮੇਸ਼ਰ ਹੀ ਕਰਦਾ, ਫਿਰ ਮਨੁੱਖ ਨੂੰ ਸਜ਼ਾ ਕਿਵੇਂ ਮਿਲ ਸਕਦੀ ਹੈ? ਇਹ ਜੀਵ ਤਾਂ ਨਾ ਦੋਸ਼ੀ ਹੋਇਆ, ਦੋਸ਼ੀ ਪਰਮੇਸ਼ਰ ਹੋਇਆ। ਸਤਿਗੁਰਾਂ ਨੇ ਇਹਨਾਂ ਨੂੰ ਫਿਰ ਸਮੱਤ ਬਖਸ਼ਦਿਆਂ ਆਖਿਆ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੈ, ਜਿੰਨੀ ਵੀ ਬਾਣੀ ਉਹ ਅਧਿਕਾਰੀ 'ਤੇ ਉਚਾਰੀ ਜਾਂਦੀ ਹੈ। ਵੀ ਜਿਵੇਂ ਜਿਹੜੇ ਕੋਈ ਪਾਪੀ ਪਾਮਰ ਪੁਰਖ ਹੈ, ਨਾਮ ਤੋਂ ਹੀਣੇ ਹੈ, ਨਾਮ ਨਹੀਂ ਜਪਦੇ, ਉਹ ਇਸ ਸ਼ਬਦ ਦੇ ਅਧਿਕਾਰੀ ਹੈ। ਜੈਸਾ ਬੀਜੈ ਸੋ ਲੁਣੈ, ਕਰਮ ਇਹੋ ਖੇਤ, ਜਾਂ ਕਰਮਾਂ ਸੰਦੜਾ ਖੇਤ ਵੀ ਪੰਗਤੀ ਆਉਂਦੀ ਹੈ। ਅਤੇ ਜਿਹੜੇ ਕੋਈ ਨਾਮ ਰਸੀਏ ਹੈ, ਨਾਮ ਜਪਦੇ ਹੈ, ਜਿਨ੍ਹਾਂ ਨੂੰ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਸਭ ਪਾਸੇ ਪਰਮੇਸ਼ਰ ਦਿਸਦਾ ਹੈ। ਤੋ ਉਹਨਾਂ ਵਾਸਤੇ ਖਾਲਸਾ ਜੀ ਕਰਨ ਕਰਾਵਨ ਆਪੇ ਆਪ, ਉਹ ਪਰਮੇਸ਼ਰ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਦਿੱਤਾ। ਫਿਰ ਇੱਕ ਪ੍ਰਮਾਣ ਦਿੱਤਾ ਵੀ ਜਿਵੇਂ ਕੋਈ ਵੈਦ, ਉਹਦੇ ਪਾਸ ਕੋਈ ਰੋਗੀ ਆਉਂਦਾ ਹੈ, ਸਿਆਣਾ ਵੈਦ ਨਬਜ ਵੇਖ ਕੇ ਦੱਸਦਾ ਜਿਹੜਾ ਰੋਗ ਹੁੰਦਾ ਹੈ, ਕਫ ਪਿੱਤ ਵਾਤ ਕੋਈ ਵੱਧ ਘੱਟ ਹੈ, ਜੋ ਰੋਗ ਹੁੰਦਾ ਨਬਜ ਵੇਖ ਕੇ ਉਹੀ ਦਵਾਈ ਦਿੰਦਾ ਹੈ, ਜਿਹਦੇ ਨਾਲ ਉਹ ਰੋਗ ਖਤਮ ਹੋਵੇ, ਸਿਆਣਾ ਵੈਦ। ਅਤੇ ਅਣਜਾਣ ਵੈਦ ਦਿੰਦਾ ਦਵਾਈ ਅੰਦਾਜ਼ੇ ਨਾਲ ਜੇ ਦਿੰਦਾ ਹੈ ਅਤੇ ਬਿਮਾਰੀ ਦੇ ਨਾਲ ਨਾਲ ਮਰੀਜ਼ ਵੀ ਚੜ੍ਹਾਈ ਕਰ ਜਾਂਦੇ ਹੈ। ਅਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਵੈਦ ਹਨ। ਅਤੇ ਗਰੀਬ ਨਵਾਜ ਜਿਵੇਂ ਵੈਦ ਕੋਈ ਉਹ ਨਬਜ ਵੇਖ ਕੇ ਦੱਸਦਾ ਹੈ ਰੋਗ ਨੂੰ, ਜਿਹੜਾ ਪੂਰਾ ਗੁਰੂ ਹੈ ਉਹਦੀ ਬੋਲ ਬਾਣੀ ਸਿੱਖ ਦੀ ਗੱਲਾਂ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਵੀ ਉਹ ਹੰਕਾਰੀ ਹੈ, ਵਕਾਰੀ ਹੈ, ਕਾਮੀ ਹੈ, ਕ੍ਰੋਧੀ ਹੈ, ਕੈਸਾ ਹੈ। ਫਿਰ ਜਿਹੋ ਜਿਹਾ ਉਹਦਾ ਰੋਗ ਹੁੰਦਾ, ਕੋਈ ਹਉਮੈ ਆਦਿਕ, ਜਿਵੇਂ ਹਉਮੈ ਦੀਰਘ ਰੋਗ ਹੈ, ਇਹੋ ਜਿਹਾ ਕੋਈ ਵੀ ਰੋਗ ਹੈ, ਪੂਰਾ ਗੁਰੂ ਫਿਰ ਉਸ ਰੋਗ ਦੇ ਹਿਸਾਬ ਨਾਲ ਸ਼ਬਦ ਰੂਪ ਫਿਰ ਦਵਾਈ ਦਿੰਦਾ, ਉਹੋ ਜਿਹਾ ਸ਼ਬਦ ਉਚਾਰਦਾ। ਤੋ ਮਹਾਰਾਜ ਨੇ ਨਿਰਣਾ ਕੀਤਾ ਵੀ ਅਧਿਕਾਰੀ ਵਾਸਤੇ ਹੈ। ਜਿੰਨੀ ਗੁਰਬਾਣੀ ਹੈ ਉਹ ਵੇਖੋ ਵੀ ਪੜ੍ਹ ਕੇ, ਅਤੇ ਉਹ ਪੜ੍ਹ ਕੇ ਵੇਖਣਾ ਚਾਹੀਦਾ ਵੀ ਮੇਰੇ ਅੰਦਰ ਕਿਹੜੀ ਕਮੀ ਹੈ, ਮੈਨੂੰ ਕਿਹੜਾ ਗੁਣ ਗ੍ਰਹਿਣ ਕਰਨ ਦੀ ਲੋੜ ਹੈ। ਗੁਰਬਾਣੀ ਪੜ੍ਹ ਕੇ ਔਗਣ ਉਹ ਜਿਹੜਾ ਛੱਡ ਦਿਓ ਜਿਹੜਾ ਤੁਹਾਡੇ ਵਿੱਚ ਹੈ, ਅਤੇ ਜੇ ਗੁਣ ਕੋਈ ਨਹੀਂ ਤਾਂ ਗੁਣ ਗ੍ਰਹਿਣ ਕਰ ਲਈਦਾ। ਸਾਂਝ ਕਰੀਜੈ ਗੁਣਹਿ ਕੇਰੀ, ਇਹ ਪਾਤਸ਼ਾਹ ਜੀ ਨੇ ਨਿਰਣਾ ਕੀਤਾ। ਤੋ ਬੜੀ ਇਹਨਾਂ ਨੂੰ ਖੁਸ਼ੀ ਪ੍ਰਾਪਤ ਹੋਈ, ਕਿਉਂਕਿ ਹੁਣ ਵੀ ਜਿਵੇਂ ਅਕਸਰ ਹੀ ਉਹ ਜਿਹੜਾ ਕੋਈ ਭਾਣਾ ਮੰਨਣ ਵਾਲਾ ਗੁਰਸਿੱਖ ਹੈ, ਨਾਸਤਿਕ ਲੋਕ ਮਜ਼ਾਕ ਇਹ ਬਣਾਉਂਦੇ ਆ ਵੀ ਜੇ ਉਹਦਾ ਨੁਕਸਾਨ ਹੋ ਗਿਆ, ਫਾਇਦਾ ਹੋਵੇ, ਕਹਿੰਦੇ ਪਰਮੇਸ਼ਰ ਨੇ ਕੀਤਾ ਅਤੇ ਤੈਨੂੰ ਕਾਹਦਾ ਝੋਰਾ, ਛੱਡ ਛਡਾ ਕੇ ਸਾਰਾ ਕੁਝ ਬਹਿ ਜਾਣਾ ਚਾਹੀਦਾ। ਜਿਵੇਂ ਆ ਕਈ ਹੁਣ 1984 ਦੇ ਸਮੇਂ ਜਿਹੜਾ ਹਰਿਮੰਦਰ ਸਾਹਿਬ 'ਤੇ ਉਹ ਅਟੈਕ ਹੋਇਆ, ਭਾਰਤੀ ਹਕੂਮਤ ਵੱਲੋਂ ਕੀਤਾ। ਅਤੇ ਜਦੋਂ ਸਿੱਖ ਕੋਈ 6 ਜੂਨ ਨੂੰ ਦਿਹਾੜਾ ਮਨਾਉਂਦੇ ਆ ਸੰਤਾਂ ਦਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ, ਕੁਝ ਲੋਕ ਕਹਿੰਦੇ ਵੀ ਨਾਲੇ ਸਿੱਖ ਭਾਣਾ ਮੰਨਦਾ ਹੈ ਅਤੇ ਫਿਰ ਭਾਣਾ ਪਰਮੇਸ਼ਰ ਨੇ ਹੀ ਵਰਤਾਇਆ ਹੈ ਨਾ, ਤੁਹਾਨੂੰ ਕਾਹਦਾ ਗੁੱਸਾ। ਫਿਰ ਉਹ ਫਿਰ ਕਈ ਵਾਰੀ ਅੱਗੋਂ ਗੱਲ ਨਹੀਂ ਆਉਂਦੀ ਕੋਈ ਵੀ। ਪਰ ਇਹਦਾ ਜਵਾਬ ਇਹ ਹੈ ਸਾਧ ਸੰਗਤ ਜੀ, ਇੱਕ ਵਾਰੀ ਵਸ਼ਿਸ਼ਟ ਦੇ ਪਾਸੋਂ ਸ਼੍ਰੀ ਰਾਮ ਚੰਦਰ ਜੀ ਪੜ੍ਹ ਰਹੇ ਸਨ, ਅਤੇ ਪੜ੍ਹਦਿਆਂ ਵਸ਼ਿਸ਼ਟ ਜੀ ਪੜ੍ਹਾਉਂਦੇ ਰਾਮ ਚੰਦਰ ਨੂੰ ਐਸ
ਜਗ੍ਹਾ ਲੈ ਗਏ ਵੀ ਜਿੱਥੇ ਇਹ ਨਿਰਣਾ ਪਿਆ ਹੋਵੇ ਵਿਚਾਰ ਦਾ ਵੀ ਜੋ ਕੁਝ ਦਿਸਦਾ ਸਭ ਝੂਠ ਹੈ। ਜੋ ਵੀ ਦਿਸਦਾ ਉਹ ਵਸ਼ਿਸ਼ਟ ਜੀ ਪੁੱਛਦੇ, ਰਾਮਚੰਦਰ ਵੇਖ ਸੰਸਾਰ, ਕਹਿੰਦੇ ਮਹਾਰਾਜ ਸਭ ਝੂਠ ਹੈ। ਜੋ ਵੀ ਦਿਸਦਾ ਹੈ ਸੰਸਾਰ ਵਿੱਚ ਸਭ ਝੂਠ ਹੈ। ਤੇ ਪਰਖ ਲੈਣ ਵਾਸਤੇ ਵਸ਼ਿਸ਼ਟ ਜੀ ਨੇ ਆਪਣੇ ਹੀ, ਕਿਉਂਕਿ ਬ੍ਰਹਮ ਗਿਆਨੀ ਸਾਧੂ ਸੀ, ਉਹ ਪ੍ਰੇਰਕ ਇੱਕ ਸੱਪ ਜਿਹਾ ਬਹੁਤ ਤਗੜਾ ਅੱਗੇ ਲੈ ਆਂਦਾ ਤੇ ਰਾਮਚੰਦਰ ਦੇ ਕੋਲੋਂ ਸੱਪ ਲੰਘਿਆ ਜਦੋਂ ਪੈਰਾਂ ਵਿੱਚੋਂ, ਤੇ ਭਗਵਾਨ ਰਾਮਚੰਦਰ ਟੱਪ ਕੇ ਉਹ ਡਰ ਕੇ ਦੂਰ ਹੋ ਗਏ। ਤੇ ਵਸ਼ਿਸ਼ਟ ਤਾੜੀ ਮਾਰ ਕੇ ਹੱਸੇ, ਕਹਿੰਦੇ ਰਾਮਚੰਦਰ ਨਾਲੇ ਤਾਂ ਕਹਿੰਦੇ ਵੀ ਸੰਸਾਰ ਝੂਠਾ ਹੈ ਤੇ ਫਿਰ ਡਰ ਕਿਹੜੀ ਗੱਲ ਦਾ, ਸੱਪ ਵੀ ਝੂਠਾ ਹੀ ਹੈ ਨਾ। ਤੇ ਰਾਮਚੰਦਰ ਜੀ ਯਥਾਰਥ ਵਕਤੇ ਸਨ। ਕਹਿੰਦੇ ਮਹਾਰਾਜ ਸੰਸਾਰ ਵੀ ਝੂਠਾ ਹੈ ਤੇ ਸੱਪ ਝੂਠਾ ਹੈ, ਮੈਂ ਵੀ ਸੰਸਾਰ 'ਚ ਹੀ ਰਹਿਣਾ। ਜੇ ਸੰਸਾਰ ਝੂਠਾ, ਸੱਪ ਝੂਠਾ ਤੇ ਮੇਰਾ ਛਾਲ ਮਾਰ ਕੇ ਜਾਣਾ ਵੀ ਤਾਂ ਝੂਠਾ ਹੈ ਨਾ। ਇਸ ਤਰ੍ਹਾਂ ਜਿਵੇਂ ਉਹ ਕਹਿ ਦਿੰਦੇ ਵੀ ਅਟੈਕ ਹੋਇਆ, ਉਹ ਅਕਾਲ ਤਖਤ ਢਾਹ ਦਿੱਤਾ, ਭਾਣਾ ਵੀ ਜੋ ਕੀਤਾ ਅਕਾਲ ਪੁਰਖ ਨੇ ਕੀਤਾ। ਫਿਰ ਜਿਹੜੀ ਇੰਦਰਾ ਗਾਂਧੀ ਮਾਰੀ ਉਹ ਵੀ ਫਿਰ ਅਕਾਲ ਪੁਰਖ ਨੇ, ਉਹ ਵੀ ਭਾਣਾ। ਵੀ ਜੋ ਕੁਛ ਵੀ ਹੁੰਦਾ ਉਹ ਉਸ ਪਰਮੇਸ਼ਰ ਦੇ ਭਾਣੇ 'ਚ ਹੈ, ਕਿਉਂਕਿ ਉਹੀ ਕਰਨ ਵਾਲਾ, ਉਹੀ ਕਰਾਉਣ ਵਾਲਾ ਹੈ। ਸਿੱਖ ਕਦੇ ਨਹੀਂ ਕਹਿੰਦਾ ਵੀ ਪਰਮੇਸ਼ਰ ਨੇ ਆ ਗਲਤ ਕੀਤਾ ਹੈ, ਆ ਸਹੀ ਕੀਤਾ ਹੈ। ਜੇ ਕੁਝ ਸੰਸਾਰ 'ਤੇ ਵਰਤ ਰਿਹਾ ਉਹ ਸਭ ਕਰਨ ਕਰਾਉਣ ਵਾਲਾ, ਕਰਨ ਕਰਾਵਨ ਆਪੇ ਆਪ, ਉਹ ਪਰਮੇਸ਼ਰ ਹੈ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਨਿਰਣਾ ਸੁਣਿਆ ਅਤੇ ਜਾਣਿਆ ਵੀ ਗੁਰਬਾਣੀ ਅਧਿਕਾਰੀ ਨੂੰ ਉਪਦੇਸ਼ ਦਿੰਦੀ ਹੈ। ਜਿਹੋ ਜਿਹੀ ਇੱਛਾ ਹੁੰਦੀ ਹੈ ਗੁਰਬਾਣੀ ਉਸੇ ਤਰ੍ਹਾਂ ਹੀ ਉਹਦੀ ਪੂਰਤੀ ਕਰ ਦਿੰਦੀ ਹੈ। ਗੁਰਬਾਣੀ ਨੂੰ ਸਾਧ ਸੰਗਤ ਜੀ ਜੇ ਕੋਈ ਮਨ 'ਚ ਸ਼ੰਕਾ ਰੱਖ ਕੇ ਪੜ੍ਹੀਏ ਤਾਂ ਸ਼ੰਕੇ ਉੱਠੀ ਜਾਣਗੇ ਤੁਹਾਡੇ, ਇਹ ਕਿਵੇਂ ਹੋ ਸਕਦਾ। ਅਤੇ ਜੇ ਸ਼ਰਧਾ ਰੱਖ ਕੇ ਪੜ੍ਹੋ ਤਾਂ ਹਰੇਕ ਸਵਾਲ ਦਾ ਜਵਾਬ ਤੁਰੰਤ ਹੀ ਮਿਲ ਜਾਂਦਾ। ਅਕਸਰ ਹੀ ਜਦੋਂ ਅਖੰਡ ਪਾਠ ਸਾਹਿਬ ਹੋਵੇ ਨਾ ਅਤੇ ਤੁਸੀਂ ਕੋਈ ਕਿਰਿਆ ਕਰਦੇ ਹੋ ਅਤੇ ਕਿਰਿਆ ਕਰਦਿਆਂ ਕਰਦਿਆਂ ਧਿਆਨ ਹੋਵੇ ਥੋੜ੍ਹਾ ਉੱਧਰ, ਅਤੇ ਜਿਹੜੀ ਬਚਨ ਤੁਸੀਂ ਕਰ ਰਹੇ ਹੋ ਜਾਂ ਤੁਹਾਡੇ ਮਨ ਵਿੱਚ ਫੁਰਨਾ ਹੋਊ ਨਾ, ਇਹ ਪਰਤਿਆ ਕੇ ਵੇਖੋ ਕਦੇ, ਅਤੇ ਉਹ ਪੰਕਤੀ ਸਪੀਕਰ 'ਚ ਉਦੋਂ ਹੀ ਉਸੇ ਤਰ੍ਹਾਂ ਦੇ, ਉਸੇ ਹੀ ਸਿਧਾਂਤ 'ਤੇ, ਉਸੇ ਹੀ ਵਿਚਾਰ 'ਤੇ, ਉਸੇ ਹੀ ਪ੍ਰਸੰਗ 'ਤੇ ਪੰਕਤੀ ਨਾਲ ਦੀ ਨਾਲ ਮਹਾਰਾਜ ਉਚਾਰ ਦਿੰਦੇ। ਤੋ ਇਸ ਤਰ੍ਹਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਦਇਆ ਕਰਦੇ ਹੈ ਵੀ ਜੈਸਾ ਸੇਵੈ ਤੈਸੋ ਹੋਵੈ। ਗੁਰਬਾਣੀ ਖਾਲਸਾ ਜੀ ਸ਼ੀਸ਼ਾ ਹੈ, ਇਹਦੇ ਵਿੱਚ ਜਿਹੋ ਜਿਹਾ ਆਪਾਂ ਵੇਖਾਂਗੇ ਉਹੋ ਜਿਹਾ ਦਿਸੀ ਜਾਵੇਗਾ। ਪੂਰੇ ਕੀ ਪੂਰੀ ਹੈ। ਅੱਗੇ ਜਿਵੇਂ ਮਹਾਰਾਜ ਦੇ ਪਾਸ ਹੋਰ ਵੀ ਸਿੱਖ ਆਉਂਦੇ ਹੈ, ਪਾਤਸ਼ਾਹ ਤੋਂ ਉਪਦੇਸ਼ ਗ੍ਰਹਿਣ ਕਰਕੇ ਆਪਣਾ ਜੀਵਨ ਸਫਲਾ ਕਰ ਕਰਕੇ ਜਾਂਦੇ ਹੈ। ਉਹਨਾਂ ਦਾ ਪ੍ਰਸੰਗ ਆਉਂਦਾ ਸੁਣੀਏ ਜੀ, ਚਿੱਤ ਬਿਰਤੀ ਇਕਾਗਰ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੂੰ ਹਿਰਦੇ ਵਸਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਾਉ ਭੋਲੂ ਜਾਤ ਕੇ। ਤੋਂ ਅੱਗੇ ਕਵੀ ਜੀ ਪ੍ਰਸੰਗ ਤੋਰਦੇ ਲਿਖਦੇ ਹੈ ਕਿ ਇੱਕ ਭਾਈ ਨਾਊ ਨਾਮ ਦਾ, ਭਾਈ ਭੋਲੂ ਨਾਮ ਦੇ ਦੋ ਸਿੱਖ ਮਹਾਰਾਜ ਪਾਸ ਪਹੁੰਚੇ ਹੈ। ਸੇਖੜ ਸਾਧ ਸੁਜਾਨ। ਇਹ ਸੇਖੜ ਜਾਤ ਹੈ, ਅਨਵੇ ਅਰਥ ਹੈ ਸੇਖੜ ਜਾਤ ਕੇ ਸਾਧ ਸੁਜਾਨ ਨਾਊ ਭੋਲੂ। ਇਹ ਦੋ ਨਾਂ ਇਹਨਾਂ ਦੇ ਅਤੇ ਜਾਤ ਇਹਨਾਂ ਦੀ ਸੇਖੜ ਹੈ। ਅਤੇ ਬਹੁਤ ਸਿਆਣੇ ਸਾਧੂ ਸੁਭਾਅ ਦੇ ਭਲੇ ਪੁਰਖ ਸਨ ਦੋਵੇਂ। ਜੱਟੂ ਭੀਵਾ ਜਾਤ ਕਾ। ਇੱਕ ਭਾਈ ਜੱਟੂ ਹੈ, ਭੀਵਾ ਜਾਤ ਦਾ ਹੈ, ਖੱਤਰੀਆਂ ਦੇ ਗੋਤ ਜਿਹੜੇ ਕਵੀ ਜੀ ਲਿਖ ਰਹੇ ਹੈ। ਮੂਲਾ ਪੁਰਖ ਮਹਾਨ। ਇੱਕ ਬੜਾ ਮਹਾਂਪੁਰਖ ਸਤਿਗੁਰਾਂ ਦੇ ਦਰ ਘਰ ਦਾ ਪੈ ਰੱਖਣ ਵਾਲਾ, ਪ੍ਰੇਮ ਰੱਖਣ ਵਾਲਾ ਭਾਈ ਮੂਲਾ ਜੀ ਹੈ। ਚੌਪਈ
ਚਾਰਾ ਮਿਲ ਸ੍ਰੀ ਅਰਜਨ ਦੁਆਰੇ। ਚਾਰੇ ਜਣੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਦਰ ਘਰ ਸ੍ਰੀ ਹਰਮੰਦਰ ਸਾਹਿਬ ਵਿਖੇ ਆਏ ਨਮੋ ਕੀਨ ਹਿਤ ਧਾਰੇ। ਪਹੁੰਚ ਕਰਕੇ ਬੜਾ ਪ੍ਰੇਮ ਕਰਕੇ ਸਤਿਗੁਰਾਂ ਨੂੰ ਗਰੀਬ ਨਵਾਜ ਦੇ ਦਰਸ਼ਨ ਕੀਤੇ ਐ, ਚਰਨਾਂ ਤੇ ਮੱਥੇ ਟੇਕੇ ਹਨ। ਗੁਰੂ ਗਰੀਬ ਨਿਵਾਜ ਕੇ ਪਾਸ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪਹੁੰਚ ਕੇ ਦਰਸ਼ਨ ਕਰਦਿਆਂ ਸਾਰ ਕਰ ਜੋਰਤ ਭਾਖੀ ਅਰਦਾਸ। ਇਹਨਾਂ ਨੇ ਹੱਥ ਜੋੜ ਕੇ ਚਾਰਾਂ ਨੇ ਸੱਚੇ ਪਾਤਸ਼ਾਹ ਜੀ ਦੇ ਪਾਸ ਇੱਕ ਬੇਨਤੀ ਕੀਤੀ ਹੈ। ਬਾਣੀ ਤੁਮਰੀ ਅਨੇਕ ਪ੍ਰਕਾਰ। ਸੱਚੇ ਪਾਤਸ਼ਾਹ ਜੀ, ਮਹਾਰਾਜ ਤੁਹਾਡੀ ਗੁਰਬਾਣੀ ਅਨੇਕਾਂ ਪ੍ਰਕਾਰ ਦੀ, ਭਾਵ ਤਰ੍ਹਾਂ ਤਰ੍ਹਾਂ ਦੇ ਸਿਧਾਂਤ ਦੀ, ਹਰੇਕ ਪੱਖ ਦੀ ਗੱਲ ਕਰਦੀ ਹੈ। ਉੱਚ ਰਹ ਜੁਦੋ ਜੁਦੋ ਅਧਿਕਾਰ। ਆਪ ਜੀਆਂ ਬੜੀ ਦਇਆ ਕੀਤੀ ਹੈ, ਜੁਦੇ ਜੁਦੇ ਵੱਖੋ ਵੱਖਰੇ ਅਧਿਕਾਰੀਆਂ ਤੇ ਵੀ, ਕਾਮੀਆਂ ਤੇ ਹੋਰ, ਪੰਕਤੀਆਂ ਢੁਕਦੀਆਂ ਨਾਮ ਰਸੀਆਂ ਤੇ ਹੋਰ ਹੈ ਵੀ ਇਸ ਤਰ੍ਹਾਂ ਜਿਹੜਾ ਹੈ ਉਹ ਵੱਖੋ ਵੱਖਰੀਆਂ ਜਿਹੜੀਆਂ ਪੰਕਤੀਆਂ ਵਕਾਰੀਆਂ ਦੀਆਂ, ਸਕਾਮੀਆਂ ਦੀਆਂ, ਨਿਸ਼ਕਾਮੀਆਂ ਤੇ ਜੋ ਵੀ ਇਹ ਸਾਰਾ ਵੱਖੋ ਵੱਖਰਾ ਮਹਾਰਾਜ ਆਪ ਦੀਆਂ ਅਧਿਕਾਰੀ ਜਾਣ ਜਾਣ ਕੇ ਇਹ ਪਾਵਨ ਗੁਰਬਾਣੀ ਜਿਹੜੀ ਉਚਾਰਨ ਕੀਤੀ ਹੈ। ਜਸ ਅਧਿਕਾਰ ਆਪਨੋ ਜਾਣੇ। ਤੇ ਮਹਾਰਾਜ ਵੀ ਜਿਹਦੇ ਨਾਲ ਅਸੀਂ ਆਪ ਦਾ ਅਧਿਕਾਰ ਜਾਣ ਲਈਏ ਵੀ ਸਾਨੂੰ ਕਿਹੜੀ ਪੰਕਤੀ ਅਧਿਕਾਰੀ, ਅਸੀਂ ਕਿਸ ਪੰਕਤੀ ਦੇ, ਕਿਸ ਗੁਰਬਾਣੀ ਦੇ ਅਧਿਕਾਰੀ ਹਾਂ। ਕਹਿਓ ਸ਼ਬਦ ਕੋ ਆਸੈ ਮਾਨੇ। ਤਾਂ ਕਿ ਅਸੀਂ ਤੁਹਾਡੇ ਹੋਏ ਕਹੇ ਸ਼ਬਦ ਦਾ ਆਸ਼ਾ ਸਿਧਾਂਤ ਜਿਹੜਾ ਮਨ ਕਰਕੇ ਮੰਨ ਸਕੀਏ ਜੀ। ਹਮ ਤੋ ਆਪਨੋ ਜਿਮ ਅਧਿਕਾਰ। ਵੀ ਮਹਾਰਾਜ ਦਇਆ ਕਰੋ, ਸਾਨੂੰ ਦੱਸੋ ਵੀ, ਕਿਉਂਕਿ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਕਿਸ ਪੰਕਤੀ ਦੇ, ਜਾਂ ਵੀ ਸਾਡੇ ਸਭ ਨੂੰ ਨਹੀਂ ਨਾ ਪਤਾ ਵੀ ਮੈਂ ਕਿੱਡਾ ਕੁ ਪਾਪੀ ਹਾਂ। ਮਹਾਰਾਜ ਸਾਨੂੰ ਇਸ ਗੱਲ ਦੀ ਸੋਝੀ ਨਹੀਂ, ਗਰੀਬ ਨਵਾਜ ਅਣਜਾਣੇ ਹਾਂ। ਜਿਹੜਾ ਸਾਡਾ ਅਧਿਕਾਰ ਬਣਦਾ ਹੈ, ਜੋ ਸਾਡੇ 'ਤੇ ਪੰਕਤੀਆਂ ਜਿਹੜੀਆਂ ਲਾਗੂ ਨੇ, ਢੁਕਦੀਆਂ ਹਨ, ਨਹੀਂ ਪਛਾਣ ਸਕਹਿ ਨਿਰਧਾਰ। ਨਿਰਣਾ ਧਾਰ ਕੇ ਅਸੀਂ ਪਛਾਣ ਨਹੀਂ ਪਾ ਰਹੇ ਵੀ ਸਾਡੇ ਅੰਦਰ ਕਿਹੜੇ ਵਿਸ਼ੇ ਵਿਕਾਰ, ਵੀ ਮਹਾਰਾਜ ਸਾਡਾ ਕਿਵੇਂ ਭਲਾ ਹੋਵੇਗਾ। ਅਸੀਂ ਕਿਸ ਪਾਪ ਦੇ, ਕਿਸ ਵਿਸ਼ੇ, ਕਿਸ ਰੋਗ ਦੇ ਗ੍ਰਸੇ ਹੋਏ ਹਾਂ। ਜਿਵੇਂ ਰੋਗੀ ਨੂੰ ਨਾ ਪਤਾ ਲੱਗੇ ਖਾਲਸਾ ਜੀ ਮੈਨੂੰ ਰੋਗ ਕੀ ਹੈ, ਇਹ ਪਾਤਸ਼ਾਹ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਮਹਾਰਾਜ ਵੀ ਅਸੀਂ ਕਿਸ ਤਰ੍ਹਾਂ ਦੇ ਰੋਗ ਨਾਲ ਗ੍ਰਸੇ ਹੋਏ, ਕਾਮੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਕਿ ਮਹਾਰਾਜ ਹੋਰ ਤਰ੍ਹਾਂ ਦੇ ਵਿਸ਼ੇ ਭੋਗਣ ਵਾਲੇ। ਸਾਨੂੰ ਸਮਝ ਨਹੀਂ ਪੈਂਦੀ ਵੀ ਸਾਨੂੰ ਕਿਹੜਾ ਵਿਸ਼ੇ ਰੂਪੀ ਰੋਗ ਲੱਗਿਆ ਹੈ। ਕਰਮ ਕਰਨ ਕੇ ਹੈ ਅਧਿਕਾਰੀ। ਤੇ ਸਾਨੂੰ ਇਹ ਵੀ ਮਹਾਰਾਜ ਨਹੀਂ ਪਤਾ ਲੱਗ ਰਿਹਾ ਵੀ ਸਾਨੂੰ ਕਿਹੜਾ ਕਰਮ ਕਰਨਾ ਚਾਹੀਦਾ, ਵੀ ਸਾਡੇ ਪਾਪ ਕਿਹੜੇ ਕਿਹੜੇ ਆ ਤੇ ਕਿਹੜਾ ਕਰਮ ਕਰਨ ਦੇ ਨਾਲ ਸਾਡੇ ਪਾਪ ਧੁੱਪ ਸਕਣਗੇ, ਕਿਸ ਕਰਮ ਦੇ ਅਧਿਕਾਰੀ ਹਾਂ। ਕਹਿ ਉਪਾਸਨਾ ਕਰਹਿ ਵਿਚਾਰੀ। ਵੀ ਅਸੀਂ ਕੋਈ ਕੀ ਕਰਮ ਕਰੀਏ, ਜਾਂ ਮਹਾਰਾਜ ਵੀ ਅਸੀਂ ਉਪਾਸਨਾ ਕਰੀਏ, ਪੂਜਾ ਕਰੀਏ ਪਰਮੇਸ਼ਰ ਦੀ, ਕਿ ਮਹਾਰਾਜ ਕੋਈ ਹੋਰ ਤਰ੍ਹਾਂ ਦੀ ਵਿਚਾਰ ਇਹਦੇ ਵਿੱਚ ਠਾਣ ਲਈਏ ਜੀ। ਗਿਆਨ ਕਾਂਡ ਕੇ ਕੈ ਅਧਿਕਾਰ। ਕਿ ਪਾਤਸ਼ਾਹ ਅਸੀਂ ਗਿਆਨ ਕਾਂਡ ਦੇ ਅਧਿਕਾਰੀ ਹਾਂ, ਗਿਆਨ ਭੂਮਿਕਾ ਦੇ ਅਧਿਕਾਰੀ ਹਾਂ, ਵੀ ਸਾਨੂੰ ਗਿਆਨ ਭੂਮਿਕਾ ਦੇ ਨਾਲ ਸਾਡਾ ਭਲਾ ਹੋ ਸਕਦਾ, ਵੀ ਸੇਵਾ ਦੇ ਨਾਲ ਭਲਾ ਹੋਊ, ਕਿਉਂਕਿ ਗਿਆਨ ਦੇ ਗ੍ਰੰਥ ਪੜ੍ਹ ਕਰਕੇ ਸਾਡਾ ਭਲਾ ਹੋਊ, ਕਿ ਪਰਮੇਸ਼ਰ ਦੀ ਪੂਜਾ ਪੜ੍ਹਨ ਦੇ ਅਸੀਂ ਅਧਿਕਾਰੀ ਹਾਂ। ਸਤਿਗੁਰ ਹਮ ਸੋ ਕਰਹੁ ਉਚਾਰ। ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਤਾਈਂ ਉਚਾਰ ਆਖੋ ਜੀ। ਸ਼੍ਰੀ ਅਰਜਨ ਸੁਨ ਬਾਕ ਬਖਾਨੇ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਗਰੀਬ ਨਵਾਜ ਜੀਆਂ ਇਹਨਾਂ ਦੀ ਬੇਨਤੀ ਸੁਣ ਕੇ ਬਚਨ ਕੀਤਾ ਹੈ। ਆਪਨ ਪਰਖਣਾ ਇਸ ਬਿਧ ਠਾਨੇ। ਮਹਾਰਾਜ ਕਹਿੰਦੇ ਤੁਸੀਂ ਕਿਹੋ ਜਿਹੇ ਅਧਿਕਾਰੀ ਹੋ, ਇਸ ਗੱਲ ਜਿਹੜੀ ਆਪੇ ਆਪ ਦੀ ਪਰਖ ਹੈ ਨਾ, ਉਹ ਇਸ ਤਰ੍ਹਾਂ ਕਰਨੀ ਚਾਹੀਦੀ ਹੈ। ਗੁਰਬਚ ਸੁਨ ਜਬ ਉਰ ਮਹਿ ਧਰੇ। ਉਹ ਇਸ ਤਰ੍ਹਾਂ ਵੀ ਜਦੋਂ ਆਪਾਂ ਗੁਰੂ ਦੇ ਬਚਨ ਸੁਣਨੇ ਆ ਨਾ, ਗੁਰੂ ਕੇ ਬਚਨ ਨੂੰ, ਸਿੱਖਿਆ ਨੂੰ ਸੁਣ ਕੇ ਆਪਦੇ ਮਨ ਵਿੱਚ ਧਾਰਨ ਕਰ ਲੈਣਾ ਹੈ। ਕਰਮ ਸ਼ੁਭਾ ਸ਼ੁਭ ਨਿਰਣੈ ਕਰੇ। ਤੇ ਜਦੋਂ ਸਾਡਾ ਮਨ ਇਹ ਨਿਰਣਾ ਕਰੇਗਾ ਵੀ ਆਹ ਕੰਮ ਚੰਗਾ ਹੈ ਤੇ ਆਹ ਕੰਮ ਗਲਤ ਹੈ, ਆਹ ਪਾਪ ਹੈ, ਆਹ ਪੁੰਨ ਹੈ, ਜਦੋਂ ਪਾਪ ਪੁੰਨ ਚੰਗੇ ਮਾੜੇ ਵਿੱਚ ਫਰਕ ਮਨ ਕਰਨ ਲੱਗ ਜਾਵੇ, ਨਿਰਣਾ ਕਰਨ ਲੱਗ ਜਾਂਦਾ ਹੈ। ਚਾਹਣ ਲੱਗੇ ਉਹ ਕਰਮ ਸ਼ੁਭ ਕਰਨ। ਤੇ ਮਨ ਚਾਹਣ ਲੱਗੇ ਵੀ ਚੰਗਾ ਕੰਮ ਕਰੀਏ ਕੋਈ, ਵੀ ਪਾਪ ਤਾਂ ਸਾਰੀ ਉਮਰ ਹੀ ਕੀਤੇ ਹੈ, ਮਨ ਇਹ ਫੁਰਨਾ ਉਠਾਵੇ
ਵੀ ਆ ਚੰਗਾ ਹੈ ਆ ਮਾੜਾ ਹੈ, ਮਾੜੇ ਨੂੰ ਛੱਡ ਕੇ ਚੰਗਾ ਕੰਮ ਕਰਨਾ ਚਾਹੀਦਾ ਹੈ। ਤਉ ਜੇ ਬੁਰੇ ਕਰਮ ਕੋ ਵਸ਼ਿਅਨ। ਪਰ ਤਾਂ ਵੀ ਜੇ ਜਿਹੜਾ ਮਨ ਹੈ ਉਹਦਾ ਸੁਭਾਅ ਆ ਵੀ ਫਿਰ ਵੀ ਮੱਲੋ ਮੱਲੀ ਬੁਰੇ ਕੰਮ ਨੂੰ ਜਾਂਦਾ, ਵੀ ਕਦੇ ਮਨ 'ਚ ਫੁਰਨੇ ਉੱਠਣ, ਵੀ ਪਛਾਣ ਆ ਜਾਵੇ ਗੁਰੂ ਦੀ ਸਿੱਖਿਆ ਸੁਣ ਕੇ ਵੀ ਆਹ ਕੰਮ ਬੁਰਾ ਹੈ ਮੇਰੇ ਵਾਸਤੇ ਤੇ ਆਹ ਮੇਰੇ ਵਾਸਤੇ ਚੰਗਾ ਹੈ। ਇੱਕ ਤਾਂ ਜਦੋਂ ਪਛਾਣ ਆ ਜਾਂਦੀ ਮਨ ਨਿਰਣਾ ਕਰਨ ਲੱਗ ਜਾਂਦਾ ਤੇ ਇੱਛਾ ਕਰਦਾ ਵੀ ਮਾੜਾ ਨਾ ਕਰਾਂ, ਪਾਪ ਨਾ ਕਰਾਂ, ਪੁੰਨ ਹੀ ਕਰਾਂ। ਪਰ ਫਿਰ ਵੀ ਮਨ ਦਾ ਸੁਭਾਅ ਜੋ ਬਹੁਤ ਸਮੇਂ ਦਾ ਪਾਪੀ ਹੈ ਤੇ ਮੱਲੋ ਮੱਲੀ ਜਦੋਂ ਪਾਪਾਂ ਵਾਲੇ ਪਾਸੇ ਤੁਰਦਾ ਹੈ, ਵਾਸ਼ਨਾ ਵਾਲੇ ਪਾਸੇ, ਵਿਸ਼ਿਆਂ ਵਾਲੇ ਪਾਸੇ ਜਾਂਦਾ ਹੈ। ਮਿਟਤ ਨਹੀਂ ਮਨ ਤੇ ਨਿਤ ਚਾਹੈ। ਬੜਾ ਮਨ ਤੇ ਚਾਹੀਦਾ ਵੀ ਮਨ ਤੋਂ ਬੜੀ ਅਸੀਂ ਮਨ ਕਰਕੇ ਚਾਹੁਣ ਲੱਗ ਜਾਈਏ ਵੀ ਮੈਂ ਹੁਣ ਵਿਸ਼ੇ ਨਹੀਂ ਭੋਗਣੇ, ਪਰ ਮਨ ਤੋਂ ਵਿਸ਼ੇ ਛੇਤੀ ਮਿਟਦੇ ਨਹੀਂ ਜਿਸ ਤਰ੍ਹਾਂ ਨਾਲ। ਤਉ ਅਧਿਕਾਰ ਕਰਮ ਕੋ ਤਾਹੈ। ਤੇ ਉਹ ਮਨੁੱਖ ਕਰਮ ਦਾ ਅਧਿਕਾਰੀ ਹੁੰਦਾ ਵੀ ਸੇਵਾ ਕਰੇ, ਜਿਹਦਾ ਮਨ ਇਹ ਤਾਂ ਨਿਰਣਾ ਕਰ ਲਵੇ ਵੀ ਆ ਪਾਪ ਹੈ ਪੁੰਨ ਹੈ, ਪਰ ਪਾਪ ਛੱਡੇ ਨਾ ਜਾਂਦੇ। ਹੁਣ ਜੀ ਕਰਦਾ ਹੋਵੇ ਵੀ ਮੈਂ ਬਾਣੀ ਪੜ੍ਹਾਂ, ਜੀ ਮਨ ਕਰੇ ਵੀ ਸੇਵਾ ਕਰਾਂ ਲੰਗਰਾਂ ਦੀ, ਮਨ ਕਰੇ ਗੁਰਬਾਣੀ ਪੜ੍ਹਾਂ, ਸੰਗਤ ਕਰਾਂ, ਕਰਦਾ ਮਨ ਮੱਲੋ ਮੱਲੀ ਮਨ ਵਿੱਚ ਫਿਰ ਖਿੱਚ ਕੇ ਵਿਸ਼ਿਆਂ ਵਾਲੇ ਪਾਸੇ ਵੀ ਲੈ ਜਾਂਦਾ। ਤਾਂ ਮਾਰੇ ਕਹਿੰਦੇ ਉਹ ਜਿਹੜਾ ਸਿੱਖ ਹੈ ਨਾ ਭਾਈ, ਉਹ ਕਰਮ ਦਾ ਅਧਿਕਾਰੀ ਹੈ ਵੀ ਹੱਥੀਂ ਕਰਮ ਕਰੇ, ਸੰਗਤਾਂ ਦੇ ਜੋੜੇ ਝਾੜੇ, ਬਾਟੇ ਮਾਂਜੇ, ਲੰਗਰਾਂ ਦੀਆਂ ਸੇਵਾਵਾਂ, ਹੋਰ ਜਿਹੜੇ ਝਾੜੂ ਆਦਿਕ ਕਰਨਾ ਕਰੇ। ਗੁਰ ਸਿੱਖਣ ਕੀ ਸੇਵਾ ਲਾਗੇ। ਤੇ ਨਾਲ ਹੀ ਨਾਲ ਜਿਹੜੇ ਗੁਰੂ ਕੇ ਸਿੱਖ ਜਿਹੜੇ ਵੈ ਉਹਨਾਂ ਦੀ ਸੇਵਾ ਕਰੇ, ਜਿਹੜੇ ਗੁਰੂ ਨਾਲ ਜੁੜੇ ਹੋਏ ਪਰਮੇਸ਼ਰ ਦੇ ਪਿਆਰੇ ਹਨ। ਗੁਰਬਾਣੀ ਸੁਨਬੇ ਅਨੁਰਾਗੇ। ਤੇ ਗੁਰਬਾਣੀ ਸੁਣੇ, ਗੁਰਬਾਣੀ ਸੁਣਨ ਦੇ ਨਾਲ ਪ੍ਰੇਮ ਪੈਦਾ ਹੋਵੇ ਜਾਂ ਗੁਰਬਾਣੀ ਸੁਣਨ ਵਿੱਚ ਪ੍ਰੇਮ ਰੱਖਣਾ ਸ਼ੁਰੂ ਕਰ ਦੇਵੇ। ਸੁਨੇ ਸੁਨੇ ਮਨ ਖੋਟ ਨਿਵਾਰੇ। ਕੀ ਹੋਵੇਗਾ? ਧੀਰੇ ਧੀਰੇ ਸਮਾਂ ਪਾ ਪਾ ਕੇ ਮਨ ਜਿਹੜਾ ਉਹ ਸਾਰੀ ਖੋਟ ਛੱਡ ਦੇਵੇਗਾ ਵੀ ਹੁਣ ਤਾਂ ਮਨ ਕਰਦਾ ਬਾਣੀ ਪੜ੍ਹੀਏ, ਪਰ ਮਨ ਹੀ ਮੁੜ ਕੇ ਦੂਜੇ ਪਾਸੇ ਵੀ ਖਿੱਚ ਕੇ ਲਿਜਾਂਦਾ। ਮਣਾ ਕੀ ਲੋੜ ਹੈ ਘੰਟਾ ਉੱਥੇ ਬਵਾਂਗੇ। ਤੋ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਦੋਂ ਗੁਰਬਾਣੀ ਪੜ੍ਹੋਗੇ ਤੇ ਅਨੁਰਾਗੇ ਮਨ ਪ੍ਰੇਮੀ ਹੋਊਗਾ, ਫਿਰ ਹੌਲੀ 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 ਆਪਦੀ ਮੈਲ ਗਵਾ ਦੇਵੇਗਾ, ਛੱਡ ਦੇਵੇਗਾ। ਅਭਿਲਾਖਤ ਪ੍ਰਭ ਦਿਸ ਚਿਤ ਧਾਰੈ। ਤੇ ਅਭਿਲਾਖਾ ਬਣ ਜਾਵੇਗੀ ਇੱਛਾ, ਕਿਹੜੀ? ਚਿੱਤ ਪ੍ਰਭੂ ਵਾਲੇ ਪਾਸੇ ਧਾਰ ਲਈਏ ਵੀ ਇਹ ਮਨ ਦੀ ਬਿਰਤੀ ਪਰਮੇਸ਼ਰ ਦੇ ਚਰਨਾਂ ਵਿੱਚ ਲਾ ਦਈਏ। ਜਦੋਂ ਇਹੋ ਜਿਹੀ ਇੱਛਾ ਹਿਰਦੇ ਵਿੱਚ ਪੈਦਾ ਹੁੰਦੀ ਹੈ। ਜੇ ਗੁਰਬਾਕ ਸੁਨਹਿ ਨਿਜ ਕਾਨ। ਤੇ ਜੇ ਗੁਰਬਾਕ ਸੁਣੈ ਨਿਜ ਕਾਨ, ਜਿਹੜੇ ਗੁਰੂ ਦੇ ਬਾਕ ਹੈ ਨਾ ਬਚਨ, ਉਹ ਜਦੋਂ ਕੰਨਾਂ ਦੇ ਰਾਹੀਂ ਸੁਣਨੇ ਹਨ, ਜਦੋਂ ਕੋਈ ਸੁਣਦਾ ਹੈ ਗੁਰਮੁਖ ਸਿੱਖ ਪਿਆਰਾ। ਕਰਮ ਅਸ਼ੁਭ ਕੀ ਹੋਏ ਤਬ ਹਾਨ। ਤੇ ਜਿਹੜਾ ਅਸ਼ੁਭ ਕਰਮ ਹੁੰਦਾ ਹੈ, ਪਾਪ ਜਾਂ ਕੋਈ ਮਾੜਾ ਪੱਧਰ, ਕੋਈ ਵਿਸ਼ਾ ਭੋਗਣਾ, ਉਹਦੀ ਹਾਨੀ ਹੋਣ ਲੱਗ ਪੈਂਦੀ ਹੈ। ਪਾਤਸ਼ਾਹ ਕਹਿੰਦੇ ਗੁਰਸਿੱਖੋ, ਜਦੋਂ ਗੁਰੂ ਪੂਰਾ ਫਿਰ ਬਚਨ ਕਰਦਾ ਹੈ ਨਾ, ਤੇ ਮਨ ਦੇ ਵਿਸ਼ੇ, ਮਨ ਦੀ ਮੈਲ ਸੜਨ ਲੱਗ ਪੈਂਦੀ ਹੈ, ਜਿਹਦੇ ਨਾਲ ਮਨ ਦੇ ਵਿੱਚ ਜਿਹੜੇ ਭੈੜੇ ਫੁਰਨੇ ਜਾਂ ਖੋਟੇ ਕਰਮ ਕਰਨ ਦੀ ਲਾਲਸਾ ਹੁੰਦੀ, ਉਹ ਮਰਨੀ ਸ਼ੁਰੂ ਹੋ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਕੋਈ ਕਦਾਚਿਤ ਜੇ ਬਨ ਆਵੈ। ਤੇ ਫਿਰ ਵੀ ਜੇ ਕਦੇ ਨਾ ਕਦੇ ਮਨ ਵਿੱਚ ਫਿਰ ਪਾਪ ਕਰਨ ਦਾ ਜਾਂ ਭੈੜਾ ਫੁਰਨਾ ਬਣ ਆਉਂਦਾ ਹੈ, ਤਉ ਨ ਆਛੋ ਮਨ ਮਹਿ ਭਾਵੈ। ਪਰ ਸਮਾਂ ਆਵੇਗਾ ਉਹ ਤੁਹਾਨੂੰ ਮਨ ਵਿੱਚ ਮਨ ਫੁਰਨਾ ਜ਼ਰੂਰ ਕਰ ਲਵੇਗਾ, ਕੋਈ ਵਿਸ਼ਾ ਭੋਗਣ ਦਾ, ਪਾਪ ਕਰਨ ਦਾ, ਪਰ ਮਨ ਫੁਰਨਾ ਵੀ ਕਰੇਗਾ ਪਰ ਮਨ ਨੂੰ ਚੰਗਾ ਵੀ ਨਹੀਂ ਲੱਗੇਗਾ। ਫੁਰਨਾ ਕਰਕੇ ਮਨ ਪਛੋਤਾਇਆ ਕਰੇਗਾ ਵੀ ਮਨਾ ਇਹ ਕਰਮ ਕਰਨਾ ਤਾਂ ਦੂਰ ਦੀ ਗੱਲ ਹੈ, ਫੁਰਨਾ ਹੀ ਕਾਹਨੂੰ ਕਰਨਾ ਸੀ। ਇਸ ਤਰ੍ਹਾਂ ਮਨ ਹੀ ਫਿਰ ਪਛੋਤਾਉਣ ਲੱਗ ਜਾਂਦਾ ਹੈ। ਲਖ ਹੈ ਉਪਾਸਣ ਕੋ ਅਧਿਕਾਰੀ। ਜਦੋਂ ਮਨ ਪਛੋਤਾਉਣ ਲੱਗ ਪਏ ਨਾ ਫੁਰਨਾ ਕਰਨ ਤੇ, ਜਦੋਂ ਭੈੜੀ ਵਾਸ਼ਨਾ ਆਉਣ ਤੇ, ਮਹਾਰਾਜ ਕਹਿੰਦੇ ਜਿਹੜਾ ਉਹ ਹੈ ਨਾ ਗੁਰਮੁਖ ਪਿਆਰਾ, ਉਹ ਜਾਣਨਾ ਚਾਹੀਦਾ ਵੀ ਉਹ ਉਪਾਸਨਾ ਦਾ ਅਧਿਕਾਰੀ, ਉਹ ਪੂਜਾ ਕਰੇ ਸਤਿਗੁਰੂ ਪਾਤਸ਼ਾਹ ਜੀ ਦੀ ਨਿਸ਼ਚਾ ਧਾਰ ਕੇ। ਗੁਰਬਾਣੀ ਅਭਿਆਸ ਵਿਚਾਰੀ। ਜਿਹੜੀ ਗੁਰਬਾਣੀ ਆ ਉਹਦਾ ਅਭਿਆਸ ਕਰੇ, ਗੁਰੂ ਕੀ ਗੁਰਬਾਣੀ ਨੂੰ ਵਿਚਾਰਨਾ ਕਰੇ ਸ਼ਰਧਾ ਦੇ ਨਾਲ। ਪਠਨ ਸੁਨਨ ਅਰ ਸਭ ਅਰ ਅਰਥ ਵਿਚਾਰਨ। ਪੜ੍ਹਨਾ ਕਰੇ ਗੁਰਬਾਣੀ ਨੂੰ, ਸੁਣਨਾ ਕਰੇ ਤੇ ਗੁਰਬਾਣੀ ਦੇ ਅਰਥ ਵੀ ਵਿਚਾਰਿਆ ਕਰੇ ਵੀ ਪਾਤਸ਼ਾਹ ਨੇ
ਗੁਰਬਾਣੀ ਵਿੱਚ ਕੀ ਆਖਿਆ ਹੈ, ਕੀ ਸ਼ੁਭ ਇੱਛਾ ਸ਼ੁਭ ਸਿੱਖਿਆ ਦਿੱਤੀ ਹੈ। ਹੋਏ ਅਸ਼ੁਭ ਸੋ ਕਰਹਿ ਨਿਵਾਰਨ। ਤੇ ਜਿਹੜੀ ਅਸ਼ੁਭ ਚਾਲ ਹੈ, ਮਨ ਦੀ ਖੋਟਤਾਈ ਹੈ, ਉਹ ਸਾਰੀ ਦੀ ਸਾਰੀ ਹੌਲੀ ਹੌਲੀ ਜਿਵੇਂ ਜਿਵੇਂ ਮਹਾਰਾਜ ਦੀ ਬਾਣੀ ਦੀ ਸਮਝ ਪਵੇ, ਉਹ ਮਨ ਦੇ ਔਗਣ ਛੱਡਣੇ ਸ਼ੁਰੂ ਕਰ ਦੇਵੇ। ਜੇ ਗੁਰ ਸ਼ਬਦ ਸੁਣਨ ਤੇ ਸਾਰੇ। ਤੇ ਜਿਹੜੇ ਕਿਉਂਕਿ ਜਿਹੜਾ ਗੁਰੂ ਕਾ ਸ਼ਬਦ ਹੈ, ਉਹ ਸੁਣਨ ਦੇ ਨਾਲ ਜਿਹਨੇ ਮਨ ਦੇ ਵਿੱਚ ਖੋਟਤਾਈ ਤੇ ਭੈੜੇ ਮੈਲ ਹੁੰਦੀ ਹੈ, ਖੋਟੇ ਕਰਮ ਹੁੰਦੇ ਆ, ਖੋਟੇ ਕਰਮ ਰਿਦੇ ਨਿਰਵਾਰੇ। ਉਹ ਮਨ ਦੇ ਸਾਰੇ ਖੋਟੇ ਕਰਮ ਵਿਸ਼ੇ ਵਾਸ਼ਨਾਵਾਂ ਹੌਲੀ ਹੌਲੀ ਧੀਰੇ ਧੀਰੇ ਨਿਵਰਤੀ ਹੋਣ ਲੱਗ ਜਾਂਦੀ ਹੈ, ਨਾਸ਼ ਹੋਣ ਲੱਗ ਜਾਂਦੀਆਂ ਹਨ। ਵਿਸ਼ੇਣ ਕੇ ਰਸ ਤੇ ਮਨ ਫਿਰਿਓ। ਤੇ ਮਹਾਰਾਜ ਕਹਿੰਦੇ ਫਿਰ ਜਦੋਂ ਸਮਾਂ ਆਵੇ, ਵਿਸ਼ੇ ਜਿਹੜੇ ਵਕਾਰ ਉਹ ਭੋਗਣ ਤੋਂ ਜਾਂ ਵਿਸ਼ਿਆਂ ਦੇ ਰਸ ਤੋਂ ਮਨ ਉਲਟ ਹੋ ਜਾਂਦਾ ਹੈ, ਜਦੋਂ ਮਨ ਫਿਰ ਜਾਂਦਾ ਹੈ, ਮਨ ਦਾ ਜਿਹੜਾ ਵਾ ਸੁਭਾਅ ਨਹੀਂ ਰਹਿੰਦਾ ਵਿਸ਼ਿਆਂ ਦੇ ਨਾਲ ਪ੍ਰੇਮ ਕਰਨੇ ਦਾ। ਕਰਮ ਅਸ਼ੁਭ ਮਹਿਤ ਨਹਿ ਧਰਿਓ। ਤੇ ਇਹ ਮਨ ਜਿਹੜਾ ਨਾ ਫਿਰ ਭੈੜੇ ਕਰਮਾਂ ਵਿੱਚ ਪ੍ਰੇਮ ਨਹੀਂ ਕਰਦਾ, ਭੈੜੇ ਕਰਮਾਂ ਦੇ ਨਾਲ ਮੋਹ ਛੱਡ ਦਿੰਦਾ ਹੈ। ਜਗ ਦੁਖ ਰੂਪ ਜਾਣ ਕਰ ਨੀਕੋ। ਤੇ ਭਲੀ ਪ੍ਰਕਾਰ ਜਦੋਂ ਇਹ ਪ੍ਰਾਣੀ ਜਾਣ ਲਵੇ ਵੀ ਸਾਰਾ ਸੰਸਾਰ ਜਿਹੜਾ ਦੁੱਖ ਦਾ ਰੂਪ ਹੈ, ਜਿੰਨੇ ਵਿਸ਼ੇ ਵਕਾਰ ਹੈ ਜਾਂ ਦਿਸਦਾ ਛਿਣ ਭੰਗਰੀ ਸੁਖ, ਇਹੀ ਵਾਸਤਵ ਵਿੱਚ ਮੁੱਢ ਹੈ ਸਾਰੇ ਦੁੱਖਾਂ ਦਾ। ਸਭ ਵਿਵਹਾਰ ਲੱਗਾ ਹੈ ਔਰ ਫੀਕੋ। ਤੇ ਸਾਰੇ ਵਿਹਾਰ ਜਿਹੜੇ ਹੈ, ਵਿਸ਼ੇ ਹੈ, ਉਹ ਸਾਰੇ ਹੀ ਮਨ ਕਰਕੇ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਆ। ਤਬ ਨਿਜ ਲਖ ਹੈ ਗਿਆਨ ਅਧਿਕਾਰੀ। ਮਾਰੇ ਕਹਿੰਦੇ ਉਹ ਗਿਆਨ ਦਾ ਅਧਿਕਾਰੀ ਹੈ। ਉਦੋਂ ਜਾਣ ਲੈਣਾ ਚਾਹੀਦਾ ਹੈ ਵੀ ਮੇਰਾ ਮਨ ਹੁਣ ਗਿਆਨ ਦਾ ਅਧਿਕਾਰੀ ਹੈ। ਇਹਨੂੰ ਪੂਰਨ ਸਤਿਗੁਰਾਂ ਪਾਸੋਂ ਗੁਰਬਾਣੀ ਪੜ੍ਹ ਕੇ, ਗੁਰਬਾਣੀ ਦੇ ਅਰਥ ਵਿਚਾਰ ਕੇ, ਅਰਥ ਸੁਣ ਕੇ ਤੇ ਜਿਹੜਾ ਹੈ ਉਹ ਮਨ ਨੂੰ ਸਮਝਾਇਆ ਜਾਵੇ, ਕਿਉਂਕਿ ਉਦੋਂ ਮਨੁੱਖ ਗਿਆਨ ਦਾ ਅਧਿਕਾਰੀ ਬਣ ਚੁੱਕਿਆ ਹੁੰਦਾ ਹੈ। ਕਰਨ ਲੱਗਾ ਹੈ ਸਤ ਅਸਤ ਵਿਚਾਰੀ। ਤੇ ਫਿਰ ਕੀ ਹੁੰਦਾ ਹੈ, ਮਨ ਸਤ ਜਿਹੜਾ ਸੱਚ ਹੈ ਸੰਸਾਰ ਤੇ ਉਹ ਪਰਮੇਸ਼ਰ ਦਾ ਨਾਮ ਹੈ, ਤੇ ਅਸਤ ਜਿਹੜਾ ਦਿਸਦਾ ਹੈ ਸੰਸਾਰ ਵਿੱਚ, ਸਤ ਅਸਤ ਦੀ ਵਿਚਾਰ ਕਰਨ ਲੱਗ ਜਾਂਦਾ ਹੈ। ਇਮ ਅਧਿਕਾਰ ਆਪਨ ਜਸ ਜਾਣੈ। ਤੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਵੀ ਗੁਰਮੁਖ ਪਿਆਰਾ ਆਪਦਾ ਅਧਿਕਾਰ ਜਾਣ ਲਵੇ ਵੀ ਮੈਨੂੰ ਕਿਸ ਪ੍ਰਸੰਗ ਦੀ ਲੋੜ ਹੈ, ਕਿਹੜੇ ਵਿਹਾਰ ਦੀ ਲੋੜ ਹੈ, ਕਿਹੜੀ ਵਿਧੀ ਦੀ ਜ਼ਰੂਰਤ ਹੈ, ਤਸ ਵਿਦ ਆਪ ਕਰਨ ਕੋ ਠਾਨੈ। ਜਦੋਂ ਜਾਣ ਲਿਆ, ਮਹਾਰਾਜ ਕਹਿੰਦੇ ਫਿਰ ਉਸੇ ਤਰ੍ਹਾਂ ਜਿਹੋ ਜਿਹਾ ਅਧਿਕਾਰੀ ਆਪ ਨੂੰ ਜਾਣ ਲਿਆ, ਜੇ ਉਪਾਸ਼ਨਾ ਦਾ ਅਧਿਕਾਰੀ ਤੇ ਉਪਾਸ਼ਨਾ ਕਰਨੀ ਸ਼ੁਰੂ ਕਰ ਦੇਵੇ, ਜੇ ਭਗਤੀ ਦਾ ਅਧਿਕਾਰੀ ਭਗਤੀ ਕਰੇ, ਗੁਰਬਾਣੀ ਦੇ ਅਭਿਆਸ ਵਿਚਾਰ ਦਾ ਅਧਿਕਾਰੀ ਤੇ ਅਭਿਆਸ ਵਿਚਾਰ ਕਰੇ, ਤੇ ਜੇ ਜਾਣ ਲਵੇ ਵੀ ਮੈਂ ਹੁਣ ਗਿਆਨ ਦਾ ਅਧਿਕਾਰੀ ਬਣ ਗਿਆ ਜਿਵੇਂ ਪਿੱਛੇ ਦੱਸਿਆ, ਤੋ ਪਾਤਸ਼ਾਹ ਕਹਿੰਦੇ ਫਿਰ ਹੋਰ ਵਿਧੀ ਅਪਣਾ ਲਵੇ ਜਿਹੋ ਜੀ ਦਾ ਅਧਿਕਾਰੀ ਇਹਦਾ ਮਨ ਇਹਨੂੰ ਲੱਗਦਾ ਹੈ। ਸਭ ਅਧਿਕਾਰਨ ਪਰ ਗੁਰਬਾਨੀ। ਕਿਉਂਕਿ ਗੁਰਮੁਖੋ ਜਿਹੜੇ ਜਿੰਨੇ ਵੀ ਤਰ੍ਹਾਂ ਦੇ ਅਧਿਕਾਰੀ ਸੰਸਾਰ ਤੇ ਹੋਏ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਾਰਿਆਂ ਤੇ ਲਾਗੂ ਹੈ। ਸਭ ਨੂੰ ਮਹਾਰਾਜ ਨੇ ਵੱਖੋ ਵੱਖਰੇ ਉਪਦੇਸ਼ ਬਖਸ਼ੇ ਹੈ। ਸਿੱਖ ਵੀ ਸਭ ਅਧਿਕਾਰ ਨ ਜਾਨੀ। ਤੇ ਜਿਹੜੇ ਸਿੱਖ ਹੈ ਸਾਰੇ ਹੀ ਅਧਿਕਾਰੀ ਦੇ ਜਾਣੋ ਵੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਗੁਰਬਾਣੀ ਅਧਿਕਾਰੀਆਂ ਵਾਸਤੇ ਬਣਾਈ ਹੈ, ਤੇ ਅਧਿਕਾਰੀਆਂ ਵਾਸਤੇ ਬਾਣੀ ਹੈ, ਤੇ ਬਾਣੀ ਦੇ ਅਧਿਕਾਰੀ ਸਾਰੇ ਸਿੱਖ ਹਨ। ਨਿਜ ਅਧਿਕਾਰ ਸਮਤ ਤੇ ਲਖੈ। ਪਰ ਅਸੀਂ ਕਿਹਦੇ ਅਧਿਕਾਰੀ ਹਾਂ? ਗਿਆਨ ਦੇ, ਉਪਾਸ਼ਨਾ ਦੇ, ਭਗਤੀ ਦੇ, ਸੇਵਾ ਦੇ, ਸਿਮਰਨ ਦੇ। ਤੋ ਇਹ ਮਹਾਰਾਜ ਕਹਿੰਦੇ ਸ਼੍ਰੇਸ਼ਟ ਮਤ ਕਰਕੇ ਜਾਣਿਆ ਜਾਂਦਾ ਵੀ ਮੇਰਾ ਮਨ ਕਿਸ ਦਾ ਅਧਿਕਾਰੀ ਹੈ। ਤੇ ਸ਼੍ਰੇਸ਼ਟ ਮਤ ਕਿੱਥੋਂ ਮਿਲਦੀ? ਉਹ ਗੁਰੂ ਤੋਂ ਮਿਲਦੀ ਹੈ, ਉਹ ਸੰਗਤ ਵਿੱਚੋਂ ਮਿਲਦੀ ਹੈ। ਕਰਮ ਉਪਾਸਨ ਗਿਆਨ ਕੇ ਵਿਖੈ। ਵੀ ਮੈਂ ਕਰਮ ਦੇ ਨਾਲ ਆਪਦਾ ਮਨ ਸਾਫ਼ ਕਰਨਾ ਹੈ, ਉਪਾਸ਼ਨਾ ਦੇ ਨਾਲ ਕਰਨਾ ਮਨ ਸਾਫ਼, ਕੇ ਗਿਆਨ ਦੇ ਨਾਲ ਮੇਰਾ ਉਧਾਰਾ ਹੋਣਾ ਹੈ। ਨਿਜ ਅਧਿਕਾਰ ਜਾਣ ਕਰ ਲਾਗੈ। ਆਪਦਾ ਅਧਿਕਾਰ ਜਾਣ ਕੇ ਫਿਰ ਉਸੇ ਕਰਮ ਦੇ ਕਰਮ 'ਚ ਲੱਗ ਜਾਵੇ, ਚਾਹੇ ਉਪਾਸ਼ਨਾ ਵਿੱਚ ਲੱਗ ਜਾਵੇ ਤੇ ਚਾਹੇ ਗਿਆਨ ਵਾਲੇ ਪਾਸੇ ਤੁਰ ਪੈਂਦਾ ਹੈ। ਗੁਰੂ ਸ਼ਬਦ ਸੋ ਨਿਤ ਅਨੁਰਾਗੈ। ਤੇ ਰੋਜ਼ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਨਾਲ ਪ੍ਰੇਮ ਰੱਖਣਾ ਕਰਨਾ ਹੈ। ਸੁਣ ਗੁਰਬਾਕ ਸਮਝ ਤਿਨ ਆਈ। ਮਹਾਰਾਜ ਦੀ ਸੁੰਦਰ ਸਿੱਖਿਆ ਉਪਦੇਸ਼ ਸੁਣ ਕੇ ਇਹਨਾਂ ਦੇ ਪੱਲੇ ਪਈ ਹੈ, ਬੜੇ ਖੁਸ਼ ਹੋਏ ਹਨ। ਨਿਜ ਅਧਿਕਾਰ ਲੱਗੇ ਗਤ ਪਾਈ। ਤੇ ਆਪ ਦਾ ਜੋ ਅਧਿਕਾਰ ਹੈ ਵੀ ਅਸੀਂ ਕਰਮ ਦੇ ਅਧਿਕਾਰੀ, ਉਪਾਸ਼ਨਾ ਦੇ ਕੇ ਗਿਆਨ ਦੇ ਅਧਿਕਾਰੀ ਹਾਂ, ਇਹ ਜਾਣ ਕੇ ਸਮਤਨ ਦੇ ਨਾਲ
ਪਰਖ ਕੇ ਤੇ ਉਸੇ ਕੁਝ ਕਰਮ ਕਰਨ ਲੱਗ ਪਏ, ਕੁਝ ਉਪਾਸ਼ਨਾ ਤੇ ਕੁਝ ਗਿਆਨ ਦੇ ਅਧਿਕਾਰੀ ਜਾਣ ਕੇ ਗਿਆਨ ਦੀ ਪ੍ਰਾਪਤੀ ਵਿੱਚ ਲੱਗ ਗਏ ਹਨ। ਚਤੁਰ ਦਾਸ ਅਰ ਮੂਲਾ ਦੋਏ। ਗਤ ਪਾਈ ਇਸੇ ਤਰ੍ਹਾਂ ਇਹਨਾਂ ਨੇ ਆਪਣੀ ਕਲਿਆਣ ਕਰ ਲਈ। ਅੱਗੇ ਮਹਾਰਾਜ ਕਹਿੰਦੇ ਕਿ ਚਤੁਰਦਾਸ ਤੇ ਭਾਈ ਮੂਲਾ ਨਾਮ ਦਾ ਦੂਸਰਾ ਸਿੱਖ ਹੈ। ਉਤੇ ਕਪੂਰ ਜਾਤ ਕੇ ਸੋਏ। ਇਹ ਕਪੂਰ ਜਾਤ ਦੇ ਖੱਤਰੀ ਹੈ ਸਨ ਦੋਵੇਂ ਹੀ। ਹਾੜੂ ਗਾੜੂ ਵਿਜ ਸੁਚਾਰ। ਭਾਈ ਗਾੜੂ ਜੀ, ਭਾਈ ਹਾੜੂ ਜੀ, ਇਹ ਵਿਜ ਜਾਤੀ ਦੇ ਸੁੰਦਰ, ਵਿਜ ਜਾਤੀ ਖੱਤਰੀਆਂ ਵਿੱਚੋਂ ਇਹ ਦੋਵੇਂ ਸਨ। ਚੱਲ ਆਏ ਸਤਿਗੁਰ ਕੇ ਦਵਾਰ। ਇਹ ਵੀ ਚੱਲ ਕੇ ਆਪਦੀ ਕਲਿਆਣ ਲੋਚਦੇ ਹੋਏ ਸਤਿਗੁਰਾਂ ਪਾਸ ਪਹੁੰਚੇ ਹਨ। ਕਰ ਬੰਧਨ ਸੋ ਬੂਝਣ ਲਾਗੋ। ਮਹਾਰਾਜ ਦੇ ਚਰਨੀ ਮੱਥਾ ਟੇਕਿਆ, ਬੰਦਨਾ ਕੀਤੀ ਤੇ ਹਜ਼ੂਰ ਨੂੰ ਬੇਨਤੀ ਕਰਨ ਲੱਗੇ, ਪੁੱਛਦੇ ਆਪਦੇ ਮਨ ਦੇ ਸੰਸੇ ਤਾਈਂ। ਹਵੈ ਉਪਦੇਸ਼ ਸਿੱਖ ਬਹੁ ਜਾਗੇ। ਮਹਾਰਾਜ ਤੁਹਾਡਾ ਉਪਦੇਸ਼ ਗੁਰਬਾਣੀ ਬੜੀ ਇਸ ਜਗ ਮਹਿ ਚਾਨਣ ਹੈ, ਤੇ ਪਾਤਸ਼ਾਹ ਤੁਹਾਡੀ ਗੁਰਬਾਣੀ ਤੇ ਉਪਦੇਸ਼ ਦੇ ਨਾਲ ਬਹੁਤ ਸਿੱਖ ਜਾਗ ਚੁੱਕੇ ਹਨ। ਬੜੀ ਦਇਆ ਹੋ ਰਹੀ, ਬੜੇ ਸੰਸਾਰ ਦਾ ਭਲਾ ਹੋ ਰਿਹਾ ਹੈ। ਸ਼ੁਭ ਕਰਮਣ ਕੇ ਉਦਮ ਕਰੈ। ਤੇ ਮਹਾਰਾਜ ਤੁਹਾਡੇ ਸਿੱਖ ਚੰਗੇ ਕਰਮ ਕਰ ਰਹੇ ਆ, ਬੜੇ ਉਦਮ ਵਿੱਚ ਲੱਗੇ ਹੋਏ, ਚੰਗੇ ਕਰਮ ਕਰਨ ਦਾ ਉਦਮ ਵੀ ਕਰਦੇ ਆ। ਸਤਨਾਮ ਸਿਮਰਨ ਮਨ ਧਰੈ। ਸਾਰੀਆਂ ਸਿੱਖ ਸੰਗਤਾਂ ਜਿਹੜਾ ਵੀ ਪਾਤਸ਼ਾਹ ਤੁਹਾਥੋਂ ਉਪਦੇਸ਼ ਸਿੱਖਿਆ ਲੈ ਜਾਂਦਾ ਹੈ ਨਾ, ਉਹੀ ਗੁਰਮੁਖ ਪਿਆਰਾ ਸਿਮਰਨ ਤੇ ਨਾਮ ਜਪਣ ਵਿੱਚ ਲੱਗ ਜਾਂਦਾ ਹੈ। ਸਰਬ ਸੰਤ ਪੀਐ ਸੇ ਕਹੈ। ਬਾਕੀ ਮਹਾਰਾਜ ਅੱਜ ਤੋਂ ਲੈ ਕੇ ਪਹਿਲਾਂ ਤੋਂ ਸੰਤ ਮਹਾਂਪੁਰਖ ਵੀ ਇਹ ਗੱਲ ਕਹਿੰਦੇ ਆਏ ਐ। ਰਾਵਰ ਕੋ ਮਤ ਤਾ ਇਹੋ ਹੈ। ਵੀ ਨਾਮ ਜਪਣਾ ਚਾਹੀਦਾ, ਨਾਮ 'ਚ ਹੀ ਕਲਿਆਣ ਹੈ। ਤੇ ਤੁਹਾਡੇ ਤਾਂ ਘਰ ਦਾ ਮਹਾਰਾਜ ਸਾਰਾ ਜਿੰਨਾ ਵੀ ਹੈ ਉਹ ਇਸੇ ਧੁਰੇ ਤੇ ਨਾਮ ਦੇ ਤੇ ਦੁਆਲੇ ਦੁਆਲੇ ਘੁੰਮਦੀ ਨਾ ਗੱਲ ਸਾਰੀ। ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਤਾਂ ਮੁੱਢਲਾ ਸਿਧਾਂਤ ਹੀ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਇੱਕ ਸ਼ਲੋਕ ਸ੍ਰੀ ਵਾਰ ਮਝਾਰੇ। ਪਰ ਪਾਤਸ਼ਾਹ ਜੀ ਇੱਕ ਨਾ ਸੰਸਾ ਹੈ ਮਨ ਵਿੱਚ, ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਉਚਾਰਿਆ ਹੈ। ਇਸ ਬਿਧ ਸ੍ਰੀ ਮੁਖ ਕੀਨ ਉਚਾਰੇ। ਗੁਰੂ ਨਾਨਕ ਪਾਤਸ਼ਾਹ ਨੇ, ਅਸੀਂ ਗੁਰਬਾਣੀ ਪੜ੍ਹਦੇ ਇੱਕ ਦਿਨ ਮਹਾਰਾਜ ਸ਼ਲੋਕ ਪੜ੍ਹਿਆ ਇੱਕ ਵਾਰ ਦਾ। ਉਹ ਵਾਰ ਦੇ ਵਿੱਚ ਮਹਾਰਾਜ ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਲੋਕ ਉਚਾਰਿਆ ਹੋਇਆ ਹੈ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ। ਵੀ ਇਹ ਮਹਾਰਾਜ ਸਤਿਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਵੀ ਦਾਤੀ ਜਿਹੜਾ ਸਾਹਿਬ ਪਰਮੇਸ਼ਰ ਹੈ, ਉਹਨੇ ਸਭ ਨੂੰ ਦਾਤਾਂ ਜਿਹੜੀਆਂ ਵੰਡੀਆਂ ਹੋਈਆਂ, ਸਭ ਦੇ ਨਾਲ ਦਾਤਾਂ ਮਹਾਰਾਜ ਦਿੰਦਾ। ਵੀ ਜਿਵੇਂ ਜੀ ਪੈਦਾ ਕਰਦਾ ਉਹਨੂੰ ਰੋਜੀ ਰੋਟੀ, ਉਹਨੂੰ ਦੌਲਤ ਸ਼ੌਹਰਤ ਸਭ ਜਿੰਨਾ ਕੁ ਉਹਦੀ ਔਕਾਤ ਹੈ ਉਹਦੇ ਅਨੁਸਾਰ ਉਹ ਅਕਾਲ ਪੁਰਖ ਵੰਡਦਾ ਹੈ। ਕਿਆ ਚੱਲੇ ਤਿਸ ਚੱਲੇ ਤੋ ਉਸ ਪਰਮੇਸ਼ਰ ਦੇ ਹੁਕਮ ਦੇ ਨਾਲ, ਜਾਂ ਕਿਆ ਚੱਲੇ ਉਸ ਨਾਲ, ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਕੋਈ ਹੁਕਮ ਨਹੀਂ ਚੱਲਦਾ, ਕੇਵਲ ਅਰਦਾਸ ਬਣ ਆਉਂਦੀ ਹੈ। ਵੀ ਰਿਜ਼ਕ ਤਾਂ ਉਹਨੇ ਦੇ ਹੀ ਦੇਣਾ ਜੋ ਦੇਣਾ ਹੈ, ਉਹਦੇ ਅੱਗੇ ਕੋਈ ਹੁਕਮ ਨਹੀਂ ਚੱਲਦਾ ਹੈ। ਇੱਕ ਜਾਗਨ ਦੇ ਨਾਲ ਹਨ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਉਚਾਰਨ ਕੀਤਾ ਵੀ ਇੱਕ ਤਾਂ ਜਾਗਦੇ ਹੋਏ ਪਰਮੇਸ਼ਰ ਤੋਂ ਦਾਤਾਂ ਨਾ ਲਹਨ ਨਹੀਂ ਪ੍ਰਾਪਤ ਕਰ ਸਕਦੇ ਐ। ਇੱਕ ਨਾ ਸੁਤਿਆ ਦੇ ਉਠਾਲ। ਤੇ ਇੱਕ ਇਹੋ ਜਿਹੇ ਜਿਨ੍ਹਾਂ ਨੂੰ ਪਰਮੇਸ਼ਰ ਸੁੱਤਿਆਂ ਨੂੰ ਬਾਹੋਂ ਫੜ ਕੇ ਠਾ ਕੇ ਦਾਤਾਂ ਦੇਈ ਜਾਂਦਾ, ਤੇ ਇੱਕ ਜਾਗਦੇ ਵੀ ਮਹਾਰਾਜ ਦਾਤਾਂ ਨਹੀਂ ਪ੍ਰਾਪਤ ਕਰ ਸਕਦੇ ਹਨ। ਚੌਪਈ ਇਸ ਤੇ ਬਿਦ ਐਸੇ ਲਖ ਲਈ। ਵੀ ਇਹ ਸ਼ਬਦ ਤੋਂ ਤਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਇਸ ਪੰਕਤੀਆਂ ਨੂੰ ਪੜ੍ਹ ਕੇ ਅਰਥ ਸਮਝ ਕੇ ਤਾਂ ਮਹਾਰਾਜ ਇਉਂ ਜਾਪਦਾ ਲੱਗਦਾ ਮਨ ਦੇ ਤਾਈਂ। ਸੁਪਤਿਓ ਦਾਤ ਪ੍ਰਭੂ ਨੇ ਦਈ। ਵੀ ਜਿਨ੍ਹਾਂ ਨੂੰ ਪ੍ਰਭੂ ਨੇ ਦੇਣਾ ਉਹਨਾਂ ਨੂੰ ਸੁੱਤਿਆਂ ਨੂੰ ਵੀ ਦਾਤ ਦੇ ਦੇਣੀ। ਵੀ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਨ ਦਾ ਵੀ ਕੋਈ ਲਾਭ ਨਹੀਂ ਮਹਾਰਾਜ। ਇਹ ਪੰਕਤੀ ਪੜ੍ਹ ਕੇ ਤਾਂ ਮਹਾਰਾਜ ਇਸ ਤਰ੍ਹਾਂ ਦਾ ਸੰਸਾ ਉੱਠਦਾ ਹੈ ਵੀ ਜਿਹਨੂੰ ਪਰਮੇਸ਼ਰ ਨੇ ਦੇਣਾ ਕੁਝ, ਨੂੰ ਸੁੱਤੇ ਨੂੰ ਵੀ ਉਠਾ ਕੇ ਦੇ ਦੇਣਾ ਹੈ। ਜਾਗਰਤ ਜੇ ਛੂਛੇ ਸੋ ਲਹੀਆ ਹੈ। ਕਿਉਂਕਿ ਮਹਾਰਾਜ ਕਹਿੰਦੇ ਇੱਕ ਜਾਗਣ ਦੇ ਨਾਲ ਹਨ, ਵੀ ਜਿਹੜੇ ਜਾਗਦੇ ਆ ਉਹ ਕਈ ਵਾਰੀ ਖਾਲੀ ਰਹਿ ਜਾਂਦੇ ਆ। ਜਾਂ ਤੇ ਸੁਪਤਿਓ ਹੀ ਨਿਤ ਚਾਹੀਆ ਹੈ। ਇਹਦੇ ਕਰਕੇ ਤਾਂ ਮਾਰੇ ਫਿਰ ਇਉਂ ਆ ਨਾ ਵੀ ਚਾਹੇ ਫਿਰ ਤਾਂ ਸੁੱਤੇ ਹੀ ਰਹਿਣਾ ਚਾਹੀਦਾ, ਕੋਈ ਬਾਹਲੀ ਖੇਚਲ ਕਰਨ ਦੀ ਲੋੜ ਹੀ ਨਹੀਂ। ਵੀ ਜੇ ਦੇਣਾ ਤੇ ਮਹਾਰਾਜ ਨੇ ਬਾਹੋਂ ਫੜ ਕੇ ਦੇ ਦੇਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਨਾ ਵੀ ਇੱਕ ਜਾਗਣ ਦੇ ਨਾਲ ਹਨ, ਇੱਕ ਸੁੱਤਿਆਂ ਦੇ ਉਠਾਲ। ਜਿਹਨੂੰ ਦੇਣਾ ਸੁੱਤੇ ਨੂੰ ਬਾਹੋਂ ਫੜ ਕੇ ਦੇ ਦੇਣਾ।
ਤੋ ਇਸ ਤਰ੍ਹਾਂ ਇਹ ਜਿਹੜੇ ਮਹਾਰਾਜ ਨੇ ਸ਼ਲੋਕ ਉਚਾਰਿਆ ਨਾ ਖਾਲਸਾ ਜੀ, ਇੱਥੇ ਉਹ ਨਹੀਂ ਲਿਖਿਆ ਕਵੀ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ 'ਤੇ ਗਏ ਸਨ ਤੇ ਬਾਬਾ ਫਰੀਦ ਜੀ ਦੇ ਅੱਗੇ ਗੱਦੀ ਨਸ਼ੀਨ ਮਿਲੇ ਸੀ ਮਹਾਰਾਜ ਨੂੰ। ਫਰੀਦ ਇਬਰਾਹਿਮ ਸਾਨੀ ਜੀ ਉਹਨਾਂ ਦਾ ਨਾਮ ਹੈ। ਤੇ ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਵੀ ਗਏ ਉਦਾਸੀਆਂ 'ਤੇ, ਬਹੁਤ ਸਾਧੂ ਉਹਨਾਂ ਦੇ ਪਾਸ ਆਏ ਹੋਏ ਸਨ, ਕਿਉਂਕਿ ਪ੍ਰਤਾਪ ਬਹੁਤ ਸੀ, ਬੜੇ ਵੱਡੇ ਸੂਫੀ ਫਕੀਰ ਸੰਤ ਹੋਏ ਹੈ। ਤੋ ਫਰੀਦ ਬਾਬਾ ਇਬਰਾਹਿਮ ਸਾਨੀ ਜੀ, ਇਸ ਤਰ੍ਹਾਂ ਸਾਰੇ ਕਾਫੀ ਸੰਤ ਮਹੰਤ ਬੈਠੇ ਹੋਏ, ਪੂਜਨੀਕ ਹਸਤੀਆਂ, ਜਿਹੜੇ ਸੂਫੀ ਫਕੀਰ ਹੈ ਖਾਲਸਾ ਜੀ, ਇਹ ਨਾ ਸਾਰੀ ਰਾਤ ਜਾਗਦੇ ਹੈ, ਸਾਰੀ ਰਾਤ, ਤੇ ਦਿਨ ਚੜ੍ਹੇ ਤੋਂ ਬਾਅਦ ਫਿਰ ਸਾਰਾ ਦਿਨ ਇਹ ਬਰਾਜੇ ਰਹਿੰਦੇ ਹੈ। ਤੋ ਉੱਥੇ ਸਾਧ ਸੰਗਤ ਜੀ, ਇਹ ਤਾਂ ਹੀ ਇਹਨਾਂ ਨੇ ਫਿਰ ਉੱਥੇ ਬਾਬਾ ਫਰੀਦ ਸਾਹਿਬ ਜੀ ਦਾ ਵੀ ਸ਼ਬਦ ਹੈ ਨਾ ਕਿ ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਇਸ ਤਰ੍ਹਾਂ ਉਹਨਾਂ ਨੇ ਉਚਾਰਨ ਕੀਤਾ। ਜੋ ਜਾਗੰਦੇ ਜੋ ਜਾਗਨ ਸੇਲ ਹਨ ਸਾਈਂ ਕੰਨੋਂ ਦਾਤ, ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ 'ਚ ਵੀ ਬਾਬਾ ਫਰੀਦ ਸਾਹਿਬ ਜੀ ਦਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਸਵਾ ਪਹਿਰ ਰਾਤ ਰਹਿੰਦਿਆਂ ਖਾਲਸਾ ਜੀ ਜਾਗ ਜਾਂਦੇ ਸੀ। ਇਸ਼ਨਾਨ ਪਾਣ ਕੀਤਾ ਸਤਿਗੁਰਾਂ ਨੇ ਤੇ ਚੌਂਕੜਾ ਲਾ ਕੇ ਪਰਮੇਸ਼ਰ 'ਚ ਸਮਾਧੀ ਲਾਈ, ਸਾਨੂੰ ਪੂਰਨੇ ਪਾਏ, ਚਾਹੇ ਆਪ ਪਰਮੇਸ਼ਰ ਹੀ ਹੈ। ਜਦੋਂ ਦਿਨ ਜਾ ਚੜ੍ਹਿਆ ਨਾ ਤੇ ਮਹਾਰਾਜ ਬਰਾਜ ਗਏ। ਤੇ ਇਹਦੇ ਪਾਸ ਨਾ ਬਾਬਾ ਫਰੀਦ ਸਾਹਿਬ ਜਿਹੜੇ ਇਬਰਾਹਿਮ ਸਾਨੀ ਸਨ, ਇਹਨਾਂ ਦੇ ਪਾਸ ਇੱਕ ਸ਼ਾਹੂਕਾਰ ਆਉਂਦਾ ਸੀ, ਬਹੁਤ ਸੇਵਾ ਕਰਦਾ ਸੀ ਸਾਧੂਆਂ ਦੀ। ਉਹ ਵੱਡਾ ਜਿਹੜਾ ਵਾ ਦੇਗਾ ਭਰ ਕੇ ਲਿਆਉਂਦਾ ਸੀ ਦੁੱਧ ਦਾ, ਇੱਕ ਇੱਕ ਗੜਵੀ ਜਿਹੜੀ ਆ ਉਹ ਸਾਰਿਆਂ ਨੂੰ ਦਿੰਦਾ ਸੀ ਦੁੱਧ ਦੀ, 2-2 ਮੋਹਰਾਂ ਦਿਆ ਕਰੇ ਰੋਜ਼। ਤੇ ਉਹ ਇਸ ਤਰ੍ਹਾਂ ਸਾਰਿਆਂ ਦੀ ਸੇਵਾ ਕਰਦਾ ਕਰਦਾ ਤੇ ਜਦੋਂ ਆਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਸ, ਸਤਿਗੁਰੂ ਬਿਰਾਜੇ ਸਨ। ਤੇ ਇਸ ਤਰ੍ਹਾਂ ਉਹ ਵਿਚਾਰ ਕੀਤੀ, ਉਹ ਭਲੇ ਪੁਰਖ ਸ਼ਾਹੂਕਾਰ ਨੇ ਵੀ ਚਲੋ ਵੀ ਇਹੋ ਜਿਹੇ ਸੰਤ ਕਿਤੇ ਦੁਬਾਰਾ ਲੱਭਣੇ ਆ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸੰਤ ਸਮਝੇ ਤੇ ਜਿੰਨਾ ਦੁੱਧ ਸੀ ਨਾ ਵੱਡਾ ਖਾਲਸਾ ਜੀ ਮੱਗ, ਉਹ ਭਰਿਆ ਮਹਾਰਾਜ ਦੇ ਪਾਸ, ਵੱਡਾ ਗੜਵਾ ਰੱਖ ਦਿੱਤਾ ਤੇ ਜਿੰਨੀਆਂ ਮੋਹਰਾਂ ਵਧੀਆਂ ਸੀ ਉਹ ਸਾਰੀਆਂ ਪਾਤਸ਼ਾਹ ਦੇ ਅੱਗੇ ਰੱਖ ਦਿੱਤੀਆਂ, ਚਲਾ ਗਿਆ। ਤੇ ਇੱਧਰ ਜਿਹੜੇ ਵੈ ਫਕੀਰ ਜੀ ਇਬਰਾਹਿਮ ਸਾਨੀ ਫਰੀਦ ਸਾਹਿਬ, ਤੇ ਇਹਨਾਂ ਨੇ ਉਦੋਂ ਫਿਰ ਉਹ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਪੜ੍ਹਿਆ ਸੀ, ਕਿਉਂਕਿ ਸਾਰੀ ਰਾਤ ਜਾਗਦੇ ਸਨ ਵੀ ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਵੀ ਸਾਰਾ ਜਿਹੜੀ ਪਹਿਲੀ ਪਹਿਰ ਆ ਉਹ ਤਾਂ ਫੁੱਲ ਵਰਗਾ ਹੈ ਰਾਤ ਦਾ, ਤੇ ਫਲ ਉਹ ਪਿਛਲੀ ਰਾਤ ਦੇ ਹੈ। ਉਹਦੇ ਵਜੋਂ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਿਰ ਸ਼ਲੋਕ ਉਚਾਰਿਆ ਸੀ, ਇਹ ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ, ਇੱਕ ਜਾਗਨ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਮਹਾਰਾਜ ਕਹਿੰਦੇ ਫਕੀਰ ਜੀ ਫਰੀਦ ਸਾਹਿਬ ਆ ਵੇਖੋ ਵੀ ਤੁਸੀਂ ਜਾਗਦੇ ਹੋ ਤੇ ਤੁਹਾਨੂੰ ਗੜਵੀ ਮਿਲੀ, ਤੇ ਅਸੀਂ ਬਰਾਜੇ ਹੋਏ ਸਾਨੂੰ ਗੜਵਾ ਮਿਲਿਆ, ਤੇ ਮੋਹਰਾਂ ਵੀ ਤੁਹਾਨੂੰ 2-2 ਤੇ ਸਾਨੂੰ ਕਿੰਨੀਆਂ, ਵੀ ਪਰਮੇਸ਼ਰ ਨੇ ਜਿਹਨੂੰ ਦੇਣਾ ਉਹ ਸੁੱਤੇ ਨੂੰ ਬਾਂਹ ਫੜ ਕੇ ਦੇ ਦੇਣਾ। ਇੱਥੇ ਮਹਾਰਾਜ ਨੇ ਇਸ ਤਰ੍ਹਾਂ ਉੱਥੇ ਜਿਹੜਾ ਵੈ ਉਹਨਾਂ ਦੇ ਤਰਕ ਦੀ ਨਿਵਰਤੀ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਉੱਥੇ ਇਹ ਸ਼ਬਦ ਉਚਾਰਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਹੁਣ ਇਹਨਾਂ ਸਿੱਖਾਂ ਨੇ ਜਦੋਂ ਇਹ ਸ਼ਬਦ ਪੜ੍ਹਿਆ ਤੇ ਇਹਨਾਂ ਆਖਿਆ ਮਹਾਰਾਜ ਫਿਰ ਜਾਗਣ ਦੀ ਤਾਂ ਲੋੜ ਹੀ ਕੋਈ ਨਹੀਂ ਨਾ, ਵੀ ਜਿਹਨੂੰ ਮਹਾਰਾਜ ਨੇ ਦੇਣਾ ਬਾਂਹ ਫੜ ਕੇ ਦੇ ਹੀ ਜਾਣਾ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਸੁਣ ਕਰਕੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਅੱਗੋਂ ਮਹਾਰਾਜ ਜੀ ਜਵਾਬ ਦੇ ਰਹੇ ਹਨ। ਤਬ ਬੋਲੇ ਸੋਢੀ ਸਿਰ ਮੌਰ, ਸਾਰੇ ਸੋਢੀਆਂ ਦੇ ਸ਼੍ਰੋਮਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹਨਾਂ ਨੂੰ ਸ਼ੰਕੇ ਦੀ ਨਿਵਰਤੀ ਕਰਦੇ ਹੋਏ ਬੋਲੇ ਆ, ਇਸ ਕੋ ਆਸਾ ਹੈ ਵਿਦਆਰ। ਮਾਰੇ ਕਹਿੰਦੇ ਨਹੀਂ ਭਾਈ, ਇਹ ਸਿਧਾਂਤ ਦਾ ਆਸ਼ਾ ਕੁਝ ਹੋਰ ਹੈ, ਵੀ ਆਪਾਂ ਤੁਸੀਂ ਪੜ੍ਹ ਲਿਆ ਤੇ ਕੀ ਇਹਦਾ ਅਰਥ ਆ ਵੀ ਉੱਠਣ ਦੀ ਲੋੜ ਹੀ ਨਹੀਂ, ਬਸ ਬਰਾਜੇ ਰਹੋ, ਕੋਈ ਕੰਮ ਕਰਨ ਦੀ ਲੋੜ ਨਹੀਂ। ਮਾਰੇ ਕਹਿੰਦੇ ਨਹੀਂ ਗੁਰਮੁਖ ਪਿਆਰੇ ਸਿੱਖੋ,
ਭਾਈ ਇਸ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦਾ ਕੋਈ ਹੋਰ ਸਿਧਾਂਤ ਹੈ, ਉਹ ਸੁਣਨਾ ਤੇ ਸਮਝਣਾ ਚਾਹੀਦਾ ਹੈ। ਇਕ ਤਾ ਪੜ ਕਰ ਪੰਡਿਤ ਹੋਏ। ਮਹਾਰਾਜ ਦਾ ਕਹਿਣ ਦਾ ਇੱਥੇ ਅਰਥ ਇਹ ਹੈ ਵੀ ਇੱਕ ਤਾਂ ਉਹ ਲੋਕ ਹੈ ਬਹੁਤ ਵਿਦਿਆ ਪੜ ਕੇ ਤੇ ਵਿਦਵਾਨ ਬਣ ਚੁੱਕੇ ਹਨ, ਮਨ ਹੰਕਾਰ ਵਿਸ਼ਾਲ ਪਰੋਏ। ਤੇ ਮਨ ਨੂੰ ਬੜੇ ਭਾਰੀ ਹੰਕਾਰ ਦੇ ਵਿੱਚ ਪਰੋ ਲੈਣਾ ਕੀਤਾ ਹੈ, ਨਹਿ ਸੰਤਨ ਕੀ ਸੇਵਾ ਕਰਹੀ। ਤੇ ਕਿਸੇ ਸੰਤ ਦੀ ਮਹਾਂਪੁਰਖ ਦੀ ਸੇਵਾ ਨਹੀਂ ਕਰਦੇ ਆ, ਵੀ ਆਪਦੇ ਆਪ ਨੂੰ ਹੀ ਸਾਰਿਆਂ ਤੋਂ ਵੱਡਾ ਜਣਾਉਂਦੇ ਗਣਾਉਂਦੇ ਹਨ। ਹਮ ਬੁੱਧ ਅਧਿਕ ਮਾਨ ਇਮ ਤਰਹੀ। ਤੇ ਮਨ ਵਿੱਚ ਇਹ ਮਾਣ ਹੰਕਾਰ ਰੱਖਦੇ ਆ ਵੀ ਸਾਡੇ ਕੋਲ ਬੁੱਧ ਬਹੁਤ ਹੈ, ਅਸੀਂ ਬਹੁਤ ਵੱਡੇ ਭਾਰੀ ਵਿਦਵਾਨ ਹਾਂ। ਕਰਹਿ ਬਾਦ ਉਰ ਨਿਸਚੈ ਨਾਹਿ ਨਾ। ਮਨ ਵਿੱਚ ਪਰਮੇਸ਼ਰ ਦੇ ਪ੍ਰਥਾਏ ਨਿਹਚਾ ਭਰੋਸਾ ਕੋਈ ਵੀ ਨਹੀਂ, ਤੇ ਸਾਰਾ ਦਿਨ ਜਿਹੜੀ ਵਿਦਿਆ ਪੜ੍ਹੀ ਉਹਦੇ ਕਰਕੇ ਝਗੜਾ ਕਰਦੇ ਆ, ਬਹਿਸਬਾਜ਼ੀ ਕਰਦੇ ਹਨ। ਸ਼ੁਭ ਉਪਦੇਸ਼ ਜੋ ਮਾਨਹਿ ਕਾਹੇ ਨਾ। ਤੇ ਜਿਹੜਾ ਕੋਈ ਸ਼ੁਭ ਉਪਦੇਸ਼ ਚੰਗੀ ਸਿੱਖਿਆ ਹੈ ਪ੍ਰੇਮਾ ਭਗਤੀ ਦੀ, ਉਹ ਮਨ ਕਰਕੇ ਕਦੇ ਮੰਨਦੇ ਨਹੀਂ, ਕਿਸੇ ਦਾ ਕਿਹਾ ਨਹੀਂ ਮੰਨਦੇ ਹਨ। ਇਕ ਅਨਪੜ੍ਹ ਨਹਿ ਮਨ ਹੰਕਾਰੀ। ਤੇ ਮਹਾਰਾਜ ਕਹਿੰਦੇ ਦੂਜੇ ਪਾਸੇ ਇਹ ਤਾਂ ਜਾਗਦਿਆਂ ਦੀ ਨਿਆਈ ਹੈ, ਜਿਹੜੇ ਕੋਈ ਵਿਦਵਾਨ, ਕਿਉਂਕਿ ਪਤਾ ਹੁੰਦਾ ਨਾ ਵਿਦਵਾਨਾਂ ਨੂੰ ਵੀ ਚੰਗਾ ਕੀ ਮਾੜਾ ਕੀ, ਭੋਲੇ ਨੂੰ ਤਾਂ ਨਹੀਂ ਪਤਾ ਕਿਸੇ ਨੂੰ, ਪਰ ਪੜ੍ਹੇ ਵਿਦਵਾਨ ਨੂੰ ਪਤਾ ਹੈ ਪਾਪ ਪੁੰਨ ਕੀ ਹੈ, ਪਰ ਉਹ ਫਿਰ ਵੀ ਪਾਪ ਕਰੀ ਜਾਂਦੇ ਆ। ਤੋ ਪਾਤਸ਼ਾਹ ਕਹਿੰਦੇ ਇਹ ਜਾਗੇ ਹੋਏ ਆ, ਜਾਗਦਿਆਂ ਵਾਲੇ ਆ। ਤੇ ਸੁੱਤੇ ਇੱਕ ਨਾ ਸੁੱਤਿਆਂ ਦੇ ਉਠਾਲ, ਉਹ ਸੁੱਤਿਆਂ ਵਾਲੇ ਮਹਾਰਾਜ ਕਹਿੰਦੇ ਕੌਣ ਹੈ? ਉਹ ਪਾਤਸ਼ਾਹ ਕਹਿੰਦੇ ਉਹ ਹੈ ਇੱਕ ਅਨਪੜ੍ਹ। ਉਹ ਅਨਪੜ੍ਹ ਹਨ ਬਿਲਕੁਲ, ਨਹਿ ਮਨ ਹੰਕਾਰੀ, ਉਹਨਾਂ ਦਾ ਮਨ ਰੱਤੀ ਮਾਤਰ ਵੀ ਹੰਕਾਰ ਵਿੱਚ ਨਹੀਂ, ਚਾਹੇ ਕੋਰੇ ਅਨਪੜ੍ਹ ਹਨ। ਗੁਰ ਸੰਤਨ ਕੀ ਸੇਵ ਸੁਧਾਰੀ। ਗੁਰੂ ਦੀ ਤੇ ਮਹਾਂਪੁਰਖਾਂ ਸੰਤਾਂ ਦੀ ਬੜੀ ਸੋਧ ਕੇ ਸੁੰਦਰ ਸੇਵਾ ਕਰਦੇ ਆ। ਪਠਿਓ ਸੋ ਜਾਗਤ ਛੂਛਾ ਰਹਿਓ। ਮਹਾਰਾਜ ਕਹਿੰਦੇ ਜਿਹਨੇ ਪੜ੍ਹਿਆ ਵਿਦਿਆ, ਬੜੀ ਵਿਦਿਆ ਪੜ੍ਹੀ, ਪਰ ਮਨ 'ਚ ਹੰਕਾਰ ਹੈ, ਉਹ ਪਰਮੇਸ਼ਰ ਦੀ ਕਿਰਪਾ ਤੋਂ ਖਾਲੀ ਰਹਿ ਜਾਂਦਾ ਹੈ। ਉਹ ਜਾਗਦਾ ਹੋਇਆ ਵੀ, ਸਭ ਕੁਝ ਜਾਣਦਾ ਹੋਇਆ ਵੀ ਖਾਲੀ। ਉਹ ਜਾਗਦਿਆਂ ਵਾਲੇ ਪਾਸੇ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਪਾਤਸ਼ਾਹ ਨੇ ਆਖਿਆ ਇੱਕ ਜਾਗਣ ਦੇ ਨਾਲ ਹਨ। ਜਿਹੜੇ ਹੰਕਾਰੀ ਆ, ਵਿਦਿਆ ਪੜ੍ਹ ਕੇ ਵੀ ਪਰਮੇਸ਼ਰ ਦੀਆਂ ਗੱਲਾਂ ਕਰ ਸਕਦੇ ਆ, ਪਰ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਹੈ। ਅਨਪੜ੍ਹ ਸੁਪਤ ਸੇਵ ਸੁਖ ਲਹਿਓ। ਤੇ ਅਨਪੜ੍ਹ ਸੁੱਤਿਆਂ ਵਾਂਗੂ ਆ, ਬਸ ਕੱਲਾ ਵਾਹਿਗੁਰੂ 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 ਕਰ ਲੈਂਦੇ ਆ, ਤੇ ਇਹਦੇ ਨਾਲ ਹੀ ਬੜੀ ਸੇਵਾ ਕਰਦੇ ਆ, ਨਿਮਰਤਾ ਰੱਖਦੇ, ਉਹਨਾਂ ਦੇ ਇਹਦੇ ਵਿੱਚ ਕੋਈ ਹੰਕਾਰ ਨਹੀਂ। ਭੋਲੇ ਭਾਏ ਮਿਲਿਆ ਰਘੁਰਾਇਆ ਵਾਲੀ ਗੱਲ ਹੈ, ਉਹਨਾਂ ਨੂੰ ਪਰਮੇਸ਼ਰ ਆਣ ਮਿਲਿਆ। ਉਹ ਸੁੱਤਿਆਂ ਨੂੰ ਹੀ, ਅਨਪੜ੍ਹ ਸੁੱਤਿਆਂ ਦੀ ਨਿਆਈ ਹੈ, ਤੇ ਸੁੱਤਿਆਂ ਨੂੰ ਇਉਂ ਮਹਾਰਾਜ ਨੇ ਆਣ ਉਠਾਲਣਾ ਕੀ ਆ, ਗਿਆਨ ਦੀ ਜਾਗਰਤ ਅਵਸਥਾ ਬਖਸ਼ਿਸ਼ ਕੀਤੀ ਹੈ, ਪਰਮੇਸ਼ਰ ਆ ਕੇ ਮਿਲਿਆ ਹੈ। ਅਥਵਾ ਔਰ ਅਰਥ ਸੁਨ ਕਾਨ। ਮਾਰੇ ਕਹਿੰਦੇ ਇਸ ਪੰਕਤੀ ਦੇ ਹੋਰ ਵੀ ਅਰਥ ਹੈ ਭਾਈ, ਉਹ ਵੀ ਆਪਣਾ ਕੰਨ ਦੇ ਕਰਕੇ ਸੁਣੋ ਜੀ। ਇੱਕ ਗਮਣਿਓ ਸਤ ਸੰਗ ਸਥਾਨ। ਵੀ ਮਹਾਰਾਜ ਨੇ ਇੱਥੇ ਆਖਿਆ ਵੀ ਮੰਨ ਲਓ ਇੱਕ ਤਾਂ ਉਹ ਲੋਕ ਆ ਜਿਹੜੇ ਸਾਧ ਸੰਗਤ ਵਿੱਚ ਘਰੋਂ ਚੱਲ ਕੇ ਜਾਂਦੇ ਆ, ਤਹਾਂ ਨੀਂਦ ਬਸ ਹਵੈ ਪਰ ਰਹਿਓ। ਤੇ ਉਥੇ ਨੀਂਦ ਵਿੱਚ ਹੋ ਕੇ ਪੈ ਜਾਵੇ। ਘਰੋਂ ਸੰਗਤ ਕਰਨ ਗਿਆ, ਕਥਾ ਕੀਰਤਨ ਬਾਣੀ ਸੁਣਦਾ ਜੇ ਸੌਂ ਵੀ ਜਾਂਦਾ ਹੈ, ਵਰਤਾਵੇ ਤਬ ਤਿਸ ਕੋ ਲਹਿਓ। ਤੇ ਜਦੋਂ ਕੋ ਵਰਤਾਵਾ ਆਉਂਦਾ ਹੈ ਭੋਗ ਪਏ ਤੋਂ ਬਾਅਦ ਦੇਗ ਆਦਿਕ, ਤੇ ਉਹ ਦੇਗ ਤਾਂ ਗਫਾ ਤਾਂ ਮਿਲ ਹੀ ਜਾਂਦਾ ਨਾ, ਮਗਰੋਂ ਚਾਹੇ ਸੰਗਤ ਚਾਹ ਕੇ ਸੌਂ ਹੀ ਜਾਵੇ, ਉਹ ਹਿਲਾ ਕੇ ਇੱਕ ਨਾ ਸੁੱਤਿਆਂ ਦੇ ਉਠਾਲ। ਸੁੱਤੇ ਨੂੰ ਵੀ ਕਹਿੰਦਾ ਭਾਈ ਉਹ ਗੁਰਮੁਖਾ ਲੈ ਭਾਈ ਦੇਗ ਮਹਾਰਾਜ ਦੀ ਵਰਤਦੀ ਹੈ, ਵੀ ਸੁੱਤੇ ਸੰਗਤ ਨੂੰ ਤਾਂ ਸੁੱਤੇ ਨੂੰ ਵੀ, ਸੰਗਤ ਵਿੱਚ ਤਾਂ ਸੁੱਤੇ ਨੂੰ ਵੀ ਮਹਾਰਾਜ ਕਹਿੰਦੇ ਕੋਈ ਗੱਫਾ ਮਿਲ ਜਾਂਦਾ ਹੈ। ਦਇਓ ਜਗਾਏ ਤਾਹੇ ਵਰਤਾਰਾ। ਤੇ ਵਰਤਾਵਾ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਹਨ। ਤੇ ਜਦੋਂ ਫਿਰ ਸੰਗਤ ਨੂੰ ਦਾਤਾਂ ਵੰਡਦੇ ਨਾ ਗੁਰੂ ਨਾਨਕ ਪਾਤਸ਼ਾਹ ਜੀ, ਤੇ ਗਰੀਬ ਨਵਾਜ ਕਹਿੰਦੇ ਭਾਈ ਜੇ ਸੰਗਤ ਵਿੱਚ ਕੋਈ ਸੁੱਤਾ ਵੀ ਹੋਇਆ, ਸੁੱਤੇ ਨੂੰ ਵੀ ਕੁਝ ਨਾ ਕੁਝ ਮਿਲ ਜਾਂਦਾ, ਕੋਈ ਦਾਤ। ਜਦੋਂ ਵਾਂਢੀ ਹੋ ਗਈ ਫਿਰ ਪੰਡਾਲ ਵਿੱਚ ਕੋਈ ਸੁੱਤਾ ਕੋਈ ਜਾਗਦਾ, ਉਹਨੂੰ ਵੀ ਸੱਚੇ ਪਾਤਸ਼ਾਹ ਜੀ ਨਵਾਜ ਦਿੰਦੇ ਆ। ਛੂਛੋ ਜਾਗਿਓ ਸਦਨ ਮਝਾਰਾ। ਤੇ ਘਰੇ ਕੋਈ ਜਾਗਦਾ ਵੀ ਰਵੇ ਹੈ, ਚਾਹੇ ਸਾਰੀ ਰਾਤ ਹੀ ਜਾਗੀ ਜਾਵੇ, ਉਹ ਖਾਲੀ ਰਹਿੰਦਾ ਹੈ। ਸੰਗਤ ਵਿੱਚ ਆ ਕੇ ਸੁੱਤਾ ਵੀ ਪ੍ਰਵਾਨ ਹੈ। ਤੋ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਵੀ ਘਰ ਦੇ ਵਿੱਚ ਮਹਾਰਾਜ ਗੁਰਬਾਣੀ 'ਚ ਕਹਿੰਦੇ ਨਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਕਈ ਵੀ ਜਾਗਣ ਨਾਲ ਪਰਮੇਸ਼ਰ ਨਹੀਂ ਮਿਲਦਾ ਹੈ। ਜੇ ਕੋਈ ਆਖੇ ਵੀ ਜੀ ਮੈਂ 12 ਵਜੇ ਉੱਠ ਲੈਂਦਾ ਹਾਂ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਜਾਗਣਾ ਚੰਗਾ ਹੈ,
ਕਿਹੜਾ ਜਾਗਣਾ ਚੰਗਾ ਹੈ? ਹਰ ਕੀਰਤਨ ਮਹਿ ਜਾਗਣਾ। ਜਾਗਿਆ ਉਹ ਚੰਗਾ ਖਾਲਸਾ ਜੀ ਜਿਹੜਾ ਹਰੀ ਪਰਮੇਸ਼ਰ ਦੀ ਨਾਮ ਸਿਮਰਨ ਤੇ ਕੀਰਤਨ ਵਿੱਚ ਜਾਗਿਆ ਜਾਵੇ। ਵਿਸ਼ੇ ਭੋਗਣ ਵਾਸਤੇ ਵੀ ਲੋਕ ਰਾਤ ਨੂੰ 12-12 ਵਜੇ ਉੱਠ ਕੇ ਤੁਰੇ ਫਿਰਦੇ ਆ, ਉਹ ਜਾਗਣਾ ਨਹੀਂ ਹੈ। ਜਾਗਣਾ ਸ਼ੁੱਧ ਉਹ ਹੈ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਜਾਗਿਆ ਜਾਵੇ। ਪਿੰਨੀ ਰੈਣੜੀਏ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਤੋ ਪਾਤਸ਼ਾਹ ਕਹਿੰਦੇ ਦਾ ਇਹ ਅਰਥ ਹੈ ਭਾਈ ਵੀ ਸੰਗਤ ਵਿੱਚ ਆ ਕਰਕੇ ਜੋ ਕੋਈ ਸੌਂ ਵੀ ਗਿਆ ਉਹ ਵੀ ਕੁਝ ਲੈ ਡਿੱਗਦਾ ਹੈ, ਤੇ ਘਰ ਵਿੱਚ ਜਾਗਿਆ ਹੋਇਆ ਵੀ ਖਾਲੀ ਰਹਿ ਜਾਂਦਾ ਹੈ। ਇਸ ਪਰ ਸੁਣ ਉੱਚ ਰਹਿ ਦ੍ਰਿਸ਼ਟਾਂਤ। ਮਹਾਰਾਜ ਕਹਿੰਦੇ ਤੇ ਵੀ ਇੱਕ ਤੁਹਾਨੂੰ ਪ੍ਰਮਾਣ ਦੇਨੇ ਹਾਂ, ਉਹ ਵੀ ਸੁਣਨਾ ਕਰੋ ਭਾਈ। ਜੋਗ ਸੌਦਾਗਰ ਸੁਨ ਕਰ ਬਾਤ। ਕਹਿੰਦੇ ਇੱਕ ਵਾਰੀ ਦੋ ਸੌਦਾਗਰਾਂ ਨੇ ਇੱਕ ਗੱਲ ਸੁਣੀ। ਜਿਹੜੇ ਸੌਦਾਗਰ ਕੋਈ ਵਪਾਰੀ ਸਨ, ਇਹਨਾਂ ਦੋਵਾਂ ਨੇ ਕਿਤੇ ਕਿਸੇ ਪਾਸੋਂ ਖਬਰ ਸੁਣੀ ਹੈ ਪ੍ਰਾਤ ਹੋਤ ਚੱਲ ਬਰਹਿ ਜਹਾਜੂ। ਵੀ ਆਪਣੇ ਇੱਥੋਂ ਸਮੁੰਦਰ ਦੇ ਕੰਢੇ ਇੱਕ ਵੱਡਾ ਬੇੜਾ ਜਹਾਜ਼ ਜਾਣਾ ਵਿਦੇਸ਼ਾਂ ਦੇ ਵਿੱਚ ਵਪਾਰੀਆਂ ਦੇ ਸੌਦੇ ਕਰਾਉਣ ਵਾਸਤੇ, ਤੇ ਅੰਮ੍ਰਿਤ ਵੇਲੇ ਤੁਰਨਾ ਹੈ। ਸੁਣ ਵੱਡ ਮੰਜ਼ਲ ਕਰੀ ਹਿਤ ਕਾਜੂ। ਸੁਣ ਕੇ ਤੇ ਬੜੀ ਮੰਜ਼ਿਲ ਕੀਤੀ, ਬੜਾ ਪੈਂਡਾ ਇਹਨਾਂ ਨੇ ਤੈਅ ਕੀਤਾ ਵੀ ਸਾਡਾ ਕਾਰਜ ਸੌਰ ਜਾਵੇ, ਵੀ ਜਹਾਜ਼ ਵਿੱਚ ਚੜ੍ਹ ਕੇ ਤੜਕੇ ਤੱਕ ਅਸੀਂ ਤੇ ਗਾਂਹ ਜਾ ਕੇ ਕੋਈ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਕਰ ਲਵਾਂਗੇ। ਸੰਧਿਆ ਸਮੇਂ ਪਹੁੰਚੇ ਜਾਈ। ਇਹ ਦੋਵੇਂ ਸੰਧਿਆ ਦੇ ਸਮੇਂ ਉਸ ਜਹਾਜ਼ ਦੇ ਲਾਗੇ ਪਹੁੰਚ ਗਏ ਕੰਢੇ ਉੱਪਰ। ਇੱਕ ਤਾਂ ਚੜ ਜਹਾਜ਼ ਸਪਤਾਈ। ਤੇ ਇੱਕ ਕਹਿੰਦਾ ਚਲੋ ਇੱਥੇ ਬਾਹਰ ਵੀ ਸੌਣਾ ਹੀ ਹੈ ਨਾ, ਤੇ ਜਦੋਂ ਜਹਾਜ਼ ਵਿੱਚ ਹੀ ਸੌ ਜਾਂਦੇ ਆ, ਜਦੋਂ ਤੁਰਿਆ ਚਲੋ ਵਿੱਚ ਹੀ ਹੋਵਾਂਗੇ। ਤੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੋ ਸੌਦਾਗਰ ਤੇ ਦੇਸ਼ਾਂ ਵਿੱਚ ਵਪਾਰ ਕਰਨ ਵਾਸਤੇ ਇੱਕ ਤੁਰ ਰਹੇ ਜਹਾਜ਼ ਉੱਪਰ ਇੱਕ ਚੜ੍ਹ ਕੇ ਰਾਤ ਹੀ ਬੈਠ ਗਿਆ, ਸੌਂ ਗਿਆ ਹੈ। ਦੂਸਰ ਚੜ੍ਹਿਓ ਨਾ ਐਸੇ ਜਾਨ। ਤੇ ਦੂਜਾ ਜਾਣ ਲਓ ਵੀ ਨਾ ਚੜਿਆ, ਵੀ ਚਲੋ ਜਦੋਂ ਤੁਰੇਗਾ ਉਦੋਂ ਹੀ ਇਸ ਦੇ ਉੱਪਰ ਚੜ੍ਹ ਜਾਵਾਂਗੇ। ਚੱਲਣ ਸਮੇਂ ਹਮ ਚੜ੍ਹੈ ਆਨ। ਵੀ ਜਦੋਂ ਚੱਲੇਗਾ ਜਹਾਜ਼ ਉਦੋਂ ਚੱਲਣ ਲੱਗੇ ਇਹਦੇ ਵਿੱਚ ਜਿਹੜਾ ਚੜ੍ਹ ਕੇ ਸਵਾਰ ਹੋ ਜਾਵਾਂਗਾ। ਜਾਗਤ ਰਹਿਓ ਸਰਬ ਨਿਸਮਾਹੀ। ਤੇ ਸਾਰੀ ਰਾਤ ਉਹ ਜਾਗਦਾ ਰਿਹਾ। ਜਹਾਜ਼ ਤੋਂ ਬਾਹਰ ਸੀ ਪਰ ਨਿਗਾਹ ਰੱਖੀ, ਤੇ ਸਾਰੀ ਰਾਤ ਹੀ ਜਹਾਜ਼ ਦੇ ਕਦੋਂ ਤੁਰੇਗਾ ਇਹ ਗੱਲ ਮਨ ਵਿੱਚ ਰੱਖੀ, ਤੇ ਸਾਰੀ ਰਾਤ ਨਾ ਸੁੱਤਾ। ਤੇ ਇੱਕ ਉਹ ਹੈ ਜਿਹੜਾ ਜਹਾਜ਼ ਦੇ ਵਿੱਚ ਵੜ ਕੇ ਜਾਂਦਿਆਂ ਹੀ ਸੌਂ ਗਿਆ, ਬਰਾਜ ਗਿਆ ਹੈ। ਨਿਕਟ ਜਹਾਜ਼ ਸੋ ਪਹੁੰਚਿਓ ਨਾਹੀ। ਪਰ ਜਹਾਜ਼ ਦੇ ਲਾਗੇ ਨਾ ਰਵੇ, ਕਦੇ ਕਿਤੇ ਗੱਲਾਂ ਮਾਰਦਾ, ਕਦੇ ਕਿਤੇ ਖੜ ਕੇ, ਪਰ ਸਾਰੀ ਰਾਤ ਸੁੱਤਾ ਵੀ ਨਹੀਂ ਤੇ ਜਹਾਜ਼ ਦੇ ਲਾਗੇ ਵੀ ਹੋਇਆ ਨਾ। ਢੋਲ ਵਜਾਇਓ ਚੜ੍ਹਬੇ ਕਾਲ। ਤੇ ਜਦੋਂ ਚੜ੍ਹਨਾ ਸੀ ਜਹਾਜ਼ ਨੇ, ਤੁਰਨਾ ਸੀ, ਉਹ ਵਿਸਲ ਵਜਾ ਦਿੱਤੀ, ਨਗਾਰਾ ਢੋਲ ਜਦੋਂ ਵੱਜਿਆ ਹੈ। ਜਾਗਰਤ ਪਰਿਓ ਅਪਰ ਕਿਸ ਖਿਆਲ। ਪਰ ਇਹ ਜਾਗਦਾ ਤਾਂ ਸੀ ਪਰ ਧਿਆਨ ਜਹਾਜ਼ ਵੱਲ ਨਹੀਂ ਸੀ। ਗੱਲਾਂ ਮਾਰਦਾ ਸੀ, ਕੋਈ ਵਿਸ਼ੇ ਭੋਗਣ ਵਿੱਚ ਲੱਗਿਆ ਰਿਹਾ ਵੀ ਚਲੋ ਜਾਗਦੇ ਹੀ ਆ, ਪਰ ਜਹਾਜ਼ ਨੇ ਜਦੋਂ ਨਗਾਰਾ ਜਾਂ ਕੋਈ ਵਿਸਲ ਵਜਾਈ ਤੁਰਿਆ ਤੇ ਇਹਦਾ ਧਿਆਨ ਨਹੀਂ ਸੀ ਜਹਾਜ਼ ਵਾਲੇ ਪਾਸੇ, ਭਾਵੇਂ ਜਾਗਦਾ ਸਾਰੀ ਰਾਤ ਹੈ ਸੀ। ਸੁਣਿਓ ਨਾ ਗਇਓ ਅਰੂਢਿਓ ਨਾਹੀ। ਤੇ ਨਹੀਂ ਚੜਿਆ ਗਿਆ, ਜਹਾਜ਼ ਤੁਰ ਗਿਆ, ਇਹਨੂੰ ਨਹੀਂ ਪਤਾ ਲੱਗਿਆ ਜਹਾਜ਼ ਤੁਰੇ ਦਾ, ਕੋਈ ਉਹਦੀ ਘੰਟੀ ਵਿਸਲ ਨਗਾਰਾ ਨਹੀਂ ਪਤਾ ਲੱਗਿਆ, ਕਿਉਂ ਧਿਆਨ ਜੂ ਹੈ ਨਹੀਂ ਸੀ। ਦੂਰ ਜਹਾਜ਼ ਗਇਓ ਛਿਨ ਮਾਹੀ। ਤੇ ਬਸ ਉਹ ਬੇੜਾ ਤੁਰ ਗਿਆ, ਕੰਢੇ ਤੋਂ ਛਿਣ ਵਿੱਚ ਦੂਰ ਹੋ ਤੁਰਿਆ ਹੈ। ਜੋ ਜਹਾਜ਼ ਮਹਿ ਸੁਪਤਿਓ ਨਰ ਹੈ। ਤੇ ਇੱਕ ਉਹ ਜਿਹੜਾ ਰਾਤ ਦਾ ਜਹਾਜ਼ ਦੇ ਵਿੱਚ ਹੀ ਸੁੱਤਾ ਹੋਇਆ, ਤਾਹੀਂ ਜਗਾਇਓ ਗਹਿ ਕਰ ਕਰ ਹੈ। ਤੇ ਉਹ ਜਿਹੜਾ ਗਿਆ ਜਹਾਜ਼ ਦੇ ਉੱਪਰ ਤਾਹੇ ਜਗਾਇਓ। ਉੱਥੇ ਚੜ੍ਹਨ ਵਾਲੇ ਜਿਹੜੇ ਕੋਈ ਵਪਾਰੀ ਹੋਰ ਚੜ੍ਹੇ ਸੀ, ਉਹਨਾਂ ਸੁੱਤੇ ਹੋਏ ਨੂੰ ਜਗਾ ਦਿੱਤਾ ਹੈ। ਬਨ ਕਨ ਬਨਜ ਕਰਿਓ ਤਿਹ ਸਾਥ। ਉੱਠ ਭਾਈ, ਜਿਹੜੇ ਕੰਮ ਨੂੰ ਆਇਆ, ਤੂੰ ਵਪਾਰ ਕਰਨਾ ਆਇਆ ਤੇ ਸੁੱਤਾ ਹੋਇਆ ਜਹਾਜ਼ ਦੇ ਵਿੱਚ, ਲੈ ਉੱਠ, ਜੋ ਲੈ ਕੇ ਆਇਆ ਸਾਜ ਸਮਾਨ ਆਪਦਾ ਵੇਚਣ ਵਾਸਤੇ, ਲੈ ਕਰ ਸਾਡੇ ਨਾਲ ਸੌਦਾ। ਇਸ ਤਰ੍ਹਾਂ ਉਹਦਾ ਵਪਾਰੀਆਂ ਦੇ ਨਾਲ ਗੰਢ ਤੁੱਪ ਹੋਇਆ, ਸੌਦਾ ਕੀਤਾ ਹੈ। ਲਿਓ ਲਾਭ ਤਿਨ ਆਪਣੇ ਹਾਥ। ਤੇ ਜਿਹੜਾ ਸਮਾਨ ਵੇਚ ਦਿੱਤਾ ਵਪਾਰੀਆਂ ਨੂੰ ਜਹਾਜ਼ ਦੇ ਵਿੱਚ ਹੀ ਕਿਸੇ ਟਾਪੂ ਤੇ ਖੜ ਕੇ, ਤੇ ਜਿੰਨਾ ਮਾਇਆ ਕਮਾਉਣੀ ਸੀ ਉਹ ਆਪਣੇ ਹੱਥ ਵਿੱਚ ਪੈਸਾ ਕੀਤਾ ਹੈ। ਜਾਗਰਤ ਰਹਿਓ ਚੜਿਓ ਨਹਿ ਜੋਏ। ਵੀ ਉਹ ਤਾਂ ਸੁੱਤਾ ਹੀ ਲਾਹਾ ਕੱਢ ਗਿਆ, ਤੇ ਜਿਹੜਾ ਜਾਗਦਾ ਸੀ ਉਹ ਉੱਥੇ ਕੰਢੇ ਤੇ ਖੜਾ ਉਸੇ ਤਰ੍ਹਾਂ, ਨਹੀਂ ਕੁਝ ਹੱਥ ਆਇਆ ਹੈ। ਰਹਿਓ ਇਕਾਕੀ ਬਣ ਮਹਿ ਸੋਏ। ਤੇ ਜੰਗਲ ਦੇ ਵਿੱਚ ਕੰਢਾ ਸੀ ਸਮੁੰਦਰ ਦਾ, ਉਸ ਜੰਗਲ ਦੇ ਇਲਾਕੇ ਵਿੱਚ ਕੱਲਾ ਰਹਿ ਗਿਆ, ਸਭ ਤੁਰ ਗਏ ਹਨ। ਚੋਰ ਧਾਰ ਵੀ ਪਹੁੰਚੇ ਆਏ। ਤੇ ਉਲਟਾ ਚੋਰ ਤੇ ਧਾੜ ਵੀ ਪਹੁੰਚੇ ਆ।
ਦੇ ਪਾਸ, ਕਿਉਂ ਸਮਾਨ ਸੀ ਸੁਦਾਗਰ ਦੇ ਕੋਲ। ਨਿਜ ਸੌਦਾ ਸਭ ਗਇਓ ਤੇ ਲੁਟਾਏ। ਇਹਨੇ ਕਮਾਉਣਾ ਕੀ ਸੀ, ਜਿਹੜਾ ਕੋਲ ਸੀ ਉਹ ਸਾਰਾ ਹੀ ਗਵਾ ਦਿੱਤਾ, ਲੁਟੇਰਿਆਂ ਲੁੱਟ ਲਿਆ ਹੈ। ਸਤ ਸੰਗਤ ਮਹਿ ਜਾਣਹੁ ਤੈਸੇ। ਮਹਾਰਾਜ ਕਹਿੰਦੇ ਸਤ ਸੰਗਤ ਹੈ ਭਾਈ, ਸਤ ਸੰਗਤ ਜਹਾਜ਼ ਹੈ। ਤੇ ਜੇ ਕੋਈ ਬਾਹਰ ਖੜਾ ਰਵੇ ਵੀ ਚਲੋ ਕੋਈ ਨਹੀਂ, ਘਰੋਂ ਤਾਂ ਗੁਰੂ ਘਰ ਹੀ ਆਇਆ ਨਾ, ਘਰੋਂ ਤਾਂ ਇਹ ਵੀ ਸੌਦਾ ਕਰਨੀ ਗਿਆ ਸੀ, ਪਰ ਉਹ ਜਹਾਜ਼ ਤੇ ਚੜਿਆ ਨਾ ਤੇ ਸੌਦਾ ਵੀ ਨਾ ਹੋਇਆ, ਤੇ ਉਲਟਾ ਜਿਹੜਾ ਕੋਲ ਸੀ ਉਹ ਵੀ ਗਵਾ ਲਿਆ। ਇਸ ਤਰ੍ਹਾਂ ਖਾਲਸਾ ਜੀ, ਇਹ ਚਾਹੇ ਤਾਂ ਸੰਗਤ ਹੈ ਇਹਨੂੰ ਜਹਾਜ਼ ਗਿਣ ਦੋ, ਤੇ ਚਾਹੇ ਮਨੁੱਖਾ ਜਿਹੜਾ ਜਾਮਾ ਖਾਲਸਾ ਜੀ ਇਹ ਜਹਾਜ਼ ਹੈ। ਤੋ ਇਹ ਮਨੁੱਖੇ ਜਾਮੇ ਵਿੱਚ ਆ ਕਰਕੇ ਜੇ ਖਾਲਸਾ ਜੀ ਸੌਦਾ ਕੀ ਹੈ, ਬਾਣੀ ਪੜ੍ਹਨੀ, ਬਾਣੀ ਸੁਣਨੀ, ਪਰਮੇਸ਼ਰ ਨੂੰ ਧਿਆਉਣਾ। ਜੇ ਇਸ ਪਾਸੇ ਨਾ ਤੁਰੀਏ ਤੇ ਠੱਗ ਚੋਰ ਕੌਣ ਹੈ ਖਾਲਸਾ ਜੀ, ਉਹ ਵਿਸ਼ੇ ਹੈ ਜਾਂ ਜਮ ਆਦਿਕ ਹੈ। ਉਹ ਜਿਹੜੇ ਵਿਸ਼ੇ ਵਿਕਾਰ ਹੈ, ਸਵਾਸ ਸਾਰੇ ਉਹ ਲੈ ਜਾਂਦੇ, ਸਵਾਸਾਂ ਰੂਪ ਆਪਣੇ ਕੋਲ ਸਮਾਜ ਹੈ ਜਿਹਦੇ ਤੋਂ ਲਾਹਾ ਕੱਢਣਾ ਸੌਦਾ। ਤੋ ਜਦੋਂ ਇਹ ਸਾਰਾ ਕੁਝ ਉਹ ਲੁੱਟ ਕੇ ਲਈ ਜਾਂਦੇ ਆ, ਸਮਾਂ ਹੀ ਸਭ ਤੋਂ ਵੱਡਾ ਚੋਰ ਤਾਂ ਖਾਲਸਾ ਜੀ ਸਮਾਂ ਹੈ। ਤੋ ਸਮਾਂ ਲੰਘਦਾ ਜਾਂਦਾ, ਜਿਸ ਤਰ੍ਹਾਂ ਸਵਾਸ ਘਟਦੇ ਜਾਂਦੇ ਆ। ਪਰ ਇਸੇ ਤਰ੍ਹਾਂ ਜੇ ਸੰਗਤ ਨੂੰ ਜਹਾਜ਼ ਗਿਣੀਏ ਤੇ ਸੰਗਤ ਵਿੱਚ ਬਹਿ ਕਰਕੇ ਖਾਲਸਾ ਜੀ ਜੇ ਕੋਈ ਸੌਂ ਵੀ ਜਾਵੇ ਨਾ, ਇੱਥੇ ਸੁੱਤਾ ਵੀ ਪ੍ਰਵਾਨ ਹੈ ਵੀ ਕੁਛ ਨਾ ਕੁਛ ਉਹ ਵੀ ਲੈ ਡਿੱਗਦਾ ਹੈ। ਇੱਕ ਜਾਗਣ ਦੇ ਨਾਲ ਹਨ, ਇੱਕ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਵੀ ਕੁਝ ਨਹੀਂ ਲੈਂਦੇ, ਜਿਹੜੇ ਵਿਸ਼ਿਆਂ ਵਿੱਚ ਜਾਗਦੇ, ਜਾਂ ਹੁਣ ਘਰ ਵਿੱਚ ਬਹੁਤ ਸੰਸਾਰ ਜਾਗਦਾ, 2-2 ਵਜੇ ਜਾਗਦੇ ਹੋਣਗੇ, 4-4 ਵਜੇ ਟੀਵੀ ਚੱਲੀ ਜਾਂਦੇ ਕਈਆਂ ਦੇ ਘਰਾਂ ਵਿੱਚ, ਜਾਗਦੇ ਤਾਂ ਉਹ ਵੀ ਹੈ ਨਾ, ਪਰ ਉਹ ਜਾਗਦੇ ਵੀ ਕੁਝ ਨਹੀਂ ਖੱਟਦੇ। ਇੱਥੇ ਸੰਗਤ ਵਿੱਚ ਆ ਕੇ ਕੋਈ ਸੌਂ ਵੀ ਜਾਵੇ ਖਾਲਸਾ ਜੀ, ਉਹ ਵੀ ਕੁਝ ਨਾ ਕੁਝ ਖੱਟ ਜਾਂਦਾ ਹੈ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ, ਇਸੇ ਤਰ੍ਹਾਂ ਜਿਵੇਂ ਜਹਾਜ਼ ਤੇ ਚੜ੍ਹਿਆ ਹੀ ਚਾਹੇ ਸੌਂ ਵੀ ਜਾਵੇ ਉਹ ਕੁਝ ਲੈ ਬਹਿੰਦਾ, ਜਿਹੜਾ ਕਿਨਾਰੇ ਤੇ ਖੜਾ ਜਾਗਦਾ ਵੀ ਹੋਵੇ ਉੱਥੇ ਹੀ ਖੜਾ ਰਹਿ ਜਾਂਦਾ ਹੈ। ਇਹ ਸਤ ਸੰਗਤ ਰੂਪੀ ਜਹਾਜ਼ ਜਾਣਨਾ ਕਰੋ ਜੀ। ਉਦਮ ਧਰ ਕਰ ਆਏ ਜੋ ਬੈਸੇ। ਜਿਹੜਾ ਉਦਮ ਧਾਰ ਕੇ ਦਵਾ ਦਵੇ ਸੰਗਤ ਰੂਪੀ ਜਹਾਜ਼ ਦੇ ਵਿੱਚ ਬਹਿ ਜਾਂਦਾ ਹੈ, ਬਾਣੀ ਸੁਣ ਲੈਂਦਾ ਹੈ। ਸੁਪਤਿਓ ਹੋਏ ਜੇ ਤਾਹੀਂ ਜਗਾਵੈ। ਜੇ ਉਹ ਸੌਂ ਵੀ ਜਾਂਦਾ ਨਾ ਕਿਤੇ, ਇੱਥੇ ਸੌਣਾ ਕੀ ਖਾਲਸਾ ਜੀ, ਵੀ ਬਿਰਤੀ ਜਿਹੜੀ ਹੈ ਉਹ ਜਾਗਰਤ ਅਵਸਥਾ ਗਿਆਨ ਵਾਲੇ ਪਾਸੇ ਸ਼ੁਭ ਗੁਣ ਗ੍ਰਹਿਣ ਕਰਨ ਦੀ ਹੈ, ਤੇ ਜਿਹੜੀ ਸੁਪਤ ਅਵਸਥਾ ਹੈ ਸੌਣਾ ਉਹ ਕੀ ਹੈ, ਵਿਸ਼ੇ ਵਿਕਾਰਾਂ ਵਾਲੇ ਪਾਸੇ ਲੱਗ ਜਾਣਾ। ਜੇ ਕਿਤੇ ਸੰਗਤ ਕਰਨ ਵਾਲੇ ਦੀ ਬਿਰਤੀ ਸੌਂ ਵੀ ਜਾਵੇ, ਭਾਵ ਵਿਸ਼ਿਆਂ ਵਿੱਚ ਵੀ ਲੱਗ ਜਾਵੇ, ਸੁਪਤ ਹੋਏ ਜੇ ਤਾਹੀਂ ਜਗਾਵੇ, ਤਾਂ ਕੀ ਹੁੰਦਾ ਹੈ, ਸੰਗਤ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਦਾ ਠੋਲਾ ਮਾਰ ਕੇ ਜਗਾ ਦਿੰਦੇ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਜਾਂ ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਨ ਕੀਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਹੋਰ ਕੋਈ ਕੰਮ ਤੇਰੇ ਨਾਲ ਜਾਣ ਵਾਲਾ ਨਹੀਂ। ਤੋ ਜੇ ਸੌਂ ਵੀ ਜਾਵੇ ਵਿਸ਼ਿਆਂ ਵਾਲੇ ਪਾਸੇ ਨੂੰ ਗੁਰੂ ਕਾ ਸਿੱਖ, ਪਰ ਸੰਗਤ ਨਾ ਛੱਡੇ, ਇੱਕ ਨਾ ਇੱਕ ਦਿਨ ਖਾਲਸਾ ਜੀ ਮਹਾਰਾਜ ਜਗਾ ਲੈਂਦੇ ਇਹਨੂੰ। ਤੋ ਜਾਗਦੇ ਦਾ ਹੀ ਖਾਲਸਾ ਜੀ ਲਾਭ ਹੈ, ਉਹ ਸੁੱਤੇ ਵੀ ਕੁਝ ਨਾ ਕੁਝ ਲੈ ਜਾਂਦੇ ਹਨ। ਸੰਤ ਕਿਰਪਾ ਕਰ ਸ਼ਬਦ ਸੁਣਾਵੈ। ਤੇ ਜਾਂ ਕੋਈ ਵਿਸ਼ੇ ਵਿਕਾਰਾਂ ਵਾਲੇ ਪਾਸੇ ਸੰਗਤ ਕਰਦਾ ਗੁਰਮੁਖ ਜਿਹੜਾ ਹੈ, ਕਦੇ ਸੰਗਤ ਕਰਦਾ ਹੈ ਤੇ ਜੇ ਬਾਹਰ ਜਾ ਕੇ ਵਿਸ਼ੇ ਵੀ ਭੋਗੇ ਸੌਣਾ। ਜੇ ਇਸ ਤਰ੍ਹਾਂ ਕਰ ਵੀ ਲਵੇ ਤੇ ਕੋਈ ਗੁਰਮੁਖ, ਕੋਈ ਸੰਤ ਮਹਾਂਪੁਰਖ ਉਹਨੂੰ ਸ਼ਬਦ ਨਾਲ ਜਗਾ ਦਿੰਦੇ, ਉਹ ਭਾਈ ਗੁਰਮੁਖਾ ਇਹ ਗੁਰਸਿੱਖਾਂ ਵਾਲਾ ਕਰਮ ਧਰਮ ਨਹੀਂ ਭਾਈ, ਤੂੰ ਚੰਗਾ ਨਹੀਂ ਲੱਗੇਗਾ ਆਹ ਕਰਮ ਕਰਦਾ, ਤੂੰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੈ, ਤੂੰ ਤਾਰੋ ਅੰਮ੍ਰਿਤ ਵੇਲੇ ਭਾਈ ਗੁਰੂ ਘਰ ਜਾਣਾ ਹੈ, ਮਹਾਰਾਜ ਦੇ ਦਰਸ਼ਨ ਕਰਦਾ ਹੈ, ਇਹ ਤੈਨੂੰ ਸ਼ੋਭਾ ਦਿੰਦਾ ਕਾਰਜ ਭਲਾ। ਉਹ ਇਸ ਤਰ੍ਹਾਂ ਕਹਿ ਕਹਾ ਕੇ ਉਹਨੂੰ ਵਿਸ਼ਿਆਂ ਵਾਲੇ ਪਾਸੇ ਨੂੰ, ਸੁੱਤੇ ਹੋਏ ਨੂੰ, ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਾਲੇ ਪਾਸੇ ਜਾਗਦਾ ਕਰ ਦਿੰਦਾ ਹੈ। ਜੇ ਪ੍ਰਸਾਦ ਕੁਛ ਵਰਤਣ ਲਾਗੇ। ਜਦੋਂ ਫਿਰ ਸੰਗਤ ਵਿੱਚ ਪ੍ਰਸਾਦ ਕੀ ਖਾਲਸਾ ਜੀ, ਪ੍ਰਸਾਦ ਨਾਮ ਕਿਰਪਾ ਦਾ। ਜਦੋਂ ਸੰਗਤ ਵਿੱਚ ਫਿਰ ਕਿਰਪਾ ਵਰਤਾਈ ਜਾਂਦੀ ਹੈ, ਮਹਾਰਾਜ ਸੰਗਤ ਤੇ ਦਿਆਲੂ ਹੁੰਦੇ ਆ, ਕੋਈ ਖਜ਼ਾਨਾ ਸੱਚੇ ਪਾਤਸ਼ਾਹ ਦਾਤਾਂ ਦਾ ਗੁਣਾਂ ਦਾ ਵੰਡਦੇ ਆ। ਸੁਪਤ ਜਗਾਵਹਿ ਪ੍ਰਥਮ ਜੋ ਜਾਗੇ। ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਫਿਰ ਉਦੋਂ ਕੋਈ ਸੰਤ ਭਗਤ ਜਿਹੜੇ ਉਹਨੂੰ ਵੀ ਜਗਾ ਲੈਂਦੇ ਨਾਲ, ਭਾਈ ਮਹਾਰਾਜ ਦਾਤਾਂ ਦੇਣ ਲੱਗੇ, ਲੈ ਉੱਠ ਪਾ ਹੁਣ ਤੂੰ ਵੀ ਲੈ ਲਾ। ਜਿਵੇਂ ਜਦੋਂ ਦੇਗ ਵਰਤਾਈ ਜਾਂਦੀ ਆ ਨਾ, ਤੇ ਦੀਵਾਨ ਵਿੱਚ ਕੋਈ ਸੁੱਤਾ ਹੋਵੇ ਉਹਨੂੰ ਵੀ ਕਹਿੰਦੇ ਉੱਠ ਉੱਠ ਭਾਈ ਹੁਣ ਵਰਤਾਵਾ ਆ ਗਿਆ, ਚਲੋ ਨਹੀਂ ਕੁਝ ਸੁਣਿਆ ਹੁਣ ਦੇਗ ਤਾਂ ਛਕ, ਕੁਝ ਨਾ ਕੁਝ ਤਾਂ ਮਿਲਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਸਤਿਗੁਰਾਂ ਦੀ ਸੰਗਤ ਵਿੱਚ ਆ ਕੇ ਕੋਈ ਸੌਂ ਵੀ ਜਾਵੇ ਤੇ ਉਹ ਵੀ ਕੁਝ ਨਾ ਕੁਝ ਲੈ ਡਿੱਗਦਾ ਹੈ। ਜਦੋਂ ਕਿਰਪਾ ਪ੍ਰਸਾਦ ਵਰਤਾਇਆ ਜਾਂਦਾ ਹੈ, ਕਿਰਪਾ ਵਰਤਾਈ ਜਾਂਦੀ ਹੈ,
ਉਦੋਂ ਕੁਝ ਮਿਲ ਜਾਂਦਾ ਹੈ। ਜਾਗਤ ਰਹਿਓ ਜੇ ਘਰ ਕੇ ਤੇ ਮਾਹੀ, ਜੇ ਕੋਈ ਆਪਦੇ ਘਰ ਵਿੱਚ ਰਵੇ ਤੇ ਪਰ ਸੌਵੇਂ ਵੀ ਨਾ, ਭਾਵੇਂ ਜਾਗਦਾ ਫਿਰਦਾ ਹੋਵੇ, ਸੁਣਹਿ ਨਾ ਸ਼ਬਦ ਪ੍ਰਸਾਦ ਨਾ ਖਾਹੀ। ਉਹ ਸ਼ਬਦ ਨਹੀਂ ਸੁਣਦਾ, ਘਰੇ ਬੈਠਾ ਹੋਇਆ ਸ਼ਬਦ ਨਾ ਸੁਣੇ, ਸੰਗਤ ਵਿੱਚ ਨਾ ਆਵੇ, ਉਹ ਮਹਾਰਾਜ ਦੀ ਕਿਰਪਾ ਰੂਪੀ, ਗੁਣਾ ਰੂਪੀ, ਦਇਆ ਰੂਪੀ, ਸੁਖਾਂ ਰੂਪੀ, ਸੰਤੋਖ ਰੂਪੀ ਪ੍ਰਸਾਦ ਤੋਂ ਵਾਂਝਾ ਰਹਿ ਜਾਂਦਾ ਹੈ। ਅਨਪੜ੍ਹ ਸੁਪਤ ਕਰਹਿ ਸਤ ਸੰਗ, ਤੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ, ਜੋ ਕੋਈ ਅਨਪੜ੍ਹ ਹੈ, ਨਹੀਂ ਕੋਈ ਬਹੁਤਾ ਗੂੜ ਗਿਆਨ ਜਾਣਦਾ ਹੈ, ਉਹ ਅਨਪੜ੍ਹ ਰੂਪੀ ਸੌਣਾ ਹੋ ਗਿਆ, ਉਹਦੀ ਅਨਪੜ੍ਹਤਾ ਨੀਂਦ ਹੈ, ਅਨਪੜ੍ਹਤਾ ਅਗਿਆਨ ਹੈ। ਅਗਿਆਨੀ ਰੱਜ ਕੇ ਹੋਵੇ ਪਰ ਫਿਰ ਵੀ ਸੰਗਤ ਕਰਦਾ, ਰੋਜ਼ ਸੰਗਤ ਨਹੀਂ ਛੱਡਦਾ ਹੈ। ਮਨ ਨੀਵਾ ਕਰ ਸ਼ਰਧਾ ਸੰਗ, ਸ਼ਰਧਾ ਦੇ ਸਹਿਤ ਮਨ ਨੂੰ ਨੀਵਾਂ ਕਰਕੇ ਰੱਖਦਾ ਹੈ। ਤਿਸ ਕੀ ਨੀਂਦ ਅਵਿਦਿਆ ਜੋਏ, ਉਸ ਅਨਪੜ੍ਹ ਗੁਰਮੁਖ ਪਿਆਰੇ ਦੀ ਨੀਂਦ ਕੀ ਆ? ਉਹ ਵਿਦਿਆ, ਵਿਦਿਆ ਰੂਪੀ, ਅਵਿਦਿਆ ਰੂਪੀ ਉਹਨੂੰ ਨੀਂਦ ਆਈ ਹੋਈ ਹੋਵੇ। ਗਿਆਨ ਸੁਨਾਏ ਸਕਲ ਦੇਖੋਏ, ਤੇ ਗੁਰੂ ਜੀ ਨੂੰ ਗਿਆਨ ਰੂਪੀ ਠੇਡਾ ਮਾਰ ਕੇ, ਗਿਆਨ ਰੂਪੀ ਸੱਟ ਦੇ ਨਾਲ ਜਗਾ ਦਿੰਦੇ ਆ। ਤੇ ਜਦੋਂ ਜਾਗ ਜਾਂਦਾ ਖਾਲਸਾ ਜੀ, ਜਾਗੇ ਦਾ ਮਤਲਬ ਕੀ? ਵੀ ਨੀਂਦ ਨਹੀਂ, ਤੇ ਨੀਂਦ ਦਾ ਮਤਲਬ ਹੁੰਦਾ ਵੀ ਜਾਗਿਆ ਨਹੀਂ। ਵਿਪਰੀਤ ਹੈ ਨਾ। ਜੇ ਗਿਆਨ ਹੈ ਤੇ ਇਹਦਾ ਅਰਥ ਹੁਣ ਇਹਦੇ ਕੋਲ ਅਗਿਆਨ ਨਹੀਂ, ਜੇ ਕੋਈ ਅਗਿਆਨੀ ਹੈ ਤੇ ਇਹਦਾ ਅਰਥ ਇਹ ਗਿਆਨਵਾਨ ਨਹੀਂ ਹੈ। ਤੋ ਮਹਾਰਾਜ ਅਗਿਆਨ ਰੂਪੀ ਨੀਂਦ ਤੋਂ ਗਿਆਨ ਰੂਪੀ ਜਾਗਰਤਾ ਵੱਲ ਲੈ ਜਾਂਦੇ ਹਨ। ਨਿਜ ਸਰੂਪ ਕੋ ਲਾਭ ਸੁਪਾਵੈ, ਤੇ ਉਹ ਗੁਰਮੁਖ ਪਿਆਰਾ ਸੰਗਤ ਵਿੱਚ ਬਹਿ ਕੇ ਗੁਰੂ ਕੀ ਸਿੱਖਿਆ, ਸਾਖੀ ਉਪਦੇਸ਼ ਸੁਣ ਕੇ ਤੇ ਆਪਦੇ ਨਿਜ ਸਰੂਪ ਰੂਪੀ ਪਰਮ ਆਪੇ ਰੂਪੀ ਲਾਭ ਪ੍ਰਾਪਤ ਕਰਦਾ ਹੈ। ਜਥਾ ਬਣ ਕਲਾਹਾ ਵੱਡ ਲਿਆਵਹਿ, ਜਿਵੇਂ ਕੋ ਬਾਣੀਆਂ ਜਹਾਜ਼ ਵਿੱਚ ਸੁੱਤਾ ਵੀ ਵੱਡਾ ਲਾਹਾ ਪ੍ਰਾਪਤ ਕਰ ਲੈਂਦਾ ਹੈ। ਪੜ੍ਹੇ ਸੋ ਜਾਗਤ ਆਪ ਕਹਾਵੈ, ਤੇ ਕਈ ਜਿਹੜੇ ਪੜ੍ਹੇ ਆ, ਬਹੁਤ ਵਿਦਵਾਨ ਲੋਕ ਹਨ, ਬੜੇ ਗ੍ਰੰਥ ਪੜ੍ਹੇ ਆ, ਤੇ ਆਪਦੇ ਆਪ ਨੂੰ ਜਾਗਦੇ ਕਹਾਉਂਦੇ ਵੀ ਸਾਰਾ ਸੰਸਾਰ ਤਾਂ ਮੂਰਖ ਹੈ, ਅਸੀਂ ਸਭ ਤੋਂ ਸਿਆਣੇ ਜਾਗੇ ਹੋਏ ਹਾਂ। ਭੂਲ ਕਬਹਿ ਸਤ ਸੰਗ ਨ ਜਾਵੈ, ਤੇ ਭੁੱਲ ਕੇ ਵੀ ਕਦੇ ਸਤ ਸੰਗਤ ਨਹੀਂ ਕਰਦੇ, ਸੰਗਤ ਵਿੱਚ ਨਹੀਂ ਬਹਿੰਦੇ ਐ। ਨਿਰਭੈ ਹੋਏ ਕਰ ਬੁਰੋ ਕਮਾਵਹਿ, ਵੀ ਅਸੀਂ ਤਾਂ ਜਿਹੜੇ ਬ੍ਰਹਮ ਗਿਆਨੀ ਆਪਦੇ ਆਪ ਨੂੰ ਜੀਵਨ ਮੁਕਤ ਗਿਣ ਕੇ ਤੇ ਭੈ ਤੋਂ ਰਹਿਤ ਹੋ ਕਰਕੇ ਸਦਾ ਪਾਪ ਕਮਾਉਂਦੇ ਆ। ਵੀ ਆਪਦੇ ਆਪ ਨੂੰ ਗਿਆਨਵਾਨ ਦੱਸਦੇ ਆ, ਸੰਸਾਰ ਅਗਿਆਨੀ ਹੈ, ਅਸੀਂ ਗਿਆਨਵਾਨ ਹਾਂ, ਤੇ ਗਿਆਨਵਾਨ ਹੁੰਦੇ ਹੋਏ ਫਿਰ ਪਾਪ ਕਮਾਉਂਦੇ ਹਨ। ਸੋ ਬਿਨ ਗਿਆਨ ਛੂਛ ਰਹਿ ਜਾਵੈ, ਮਹਾਰਾਜ ਕਹਿੰਦੇ ਗਿਆਨ ਤੋਂ ਖਾਲੀ ਹੋ ਜਾਂਦੇ ਆ, ਛੂਛੇ ਰਹਿ ਜਾਂਦੇ ਹਨ। ਸੁਣ ਗੁਰ ਤੇ ਕਰ ਕੈ ਮਨ ਨੀਵਾ, ਇਹ ਮਹਾਰਾਜ ਨੇ ਸਿੱਖਿਆ ਬਖਸ਼ੀ, ਇਹਨਾਂ ਹੱਥ ਜੋੜ ਲਏ, ਮਨ ਨੀਵਾਂ ਕੀਤਾ ਹੈ। ਸਤ ਸੰਗਤ ਕੋ ਸੇਵ ਸਦੀਵਾ, ਤੇ ਸਦਾ ਸੰਗਤ ਦੀ ਸੇਵਾ ਵਿੱਚ ਲੱਗ ਗਏ ਹਨ। ਚਾਰਹਾਂ ਸਿੱਖਣ ਸੁਭ ਗਤ ਪਾਈ, ਇਸ ਤਰ੍ਹਾਂ ਇਹਨਾਂ ਚੌਂ ਸਿੱਖਾਂ ਨੇ ਮਹਾਰਾਜ ਤੋਂ ਸੁੰਦਰ ਸਿੱਖਿਆ ਉਪਦੇਸ਼ ਲੈ ਕੇ ਕਲਿਆਣ ਪ੍ਰਾਪਤ ਕੀਤੀ ਹੈ। ਸ਼੍ਰੀ ਅਰਜਨ ਜੀ ਭਏ ਸਹਾਈ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਗਰੀਬ ਨਵਾਜ ਇਹਨਾਂ ਦੀ ਸਹਾਇਤਾ ਕਰਨ ਵਾਲੇ ਹੋਏ, ਇਹਨਾਂ ਦੇ ਅੰਗ ਸੰਗ ਸਹਾਈ ਹੋਏ। ਤੋ ਗਰੀਬ ਨਵਾਜ ਸਤਿਗੁਰਾਂ ਨੇ ਖਾਲਸਾ ਜੀ ਨਾਲ ਸ਼ੰਕਾ ਕੀਤਾ ਸੀ ਵੀ ਮਹਾਰਾਜ ਵੀ ਦਾਤੀ ਸਾਹਿਬ ਸੰਦੀਆ ਕਿਆ ਚੱਲਿਆ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਸੁੱਤਿਆਂ ਦੇ ਉਠਾਲ। ਵੀ ਇਹਦੇ ਅਰਥ ਮਹਾਰਾਜ ਪੜ੍ਹੇ ਆ। ਤੇ ਗਰੀਬ ਨਵਾਜਾਂ ਇਹ ਗੁਰਬਾਣੀ ਪੜ੍ਹ ਕੇ ਐਂ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਜਿਹਨੂੰ ਦੇਣਾ ਉਹਨੂੰ ਸੁੱਤੇ ਨੂੰ ਵੀ ਦੇ ਦੇਣਾ, ਕਿਉਂਕਿ ਦਾਤਾਂ ਸਾਰੀਆਂ ਗੁਰੂ ਪਰਮੇਸ਼ਰ ਦੇ ਹੱਥ ਹੈ, ਤੇ ਜਾਗਦੇ ਵੀ ਵਿਹਲੇ ਰਹਿ ਜਾਂਦੇ ਆ। ਤਾਂ ਮਹਾਰਾਜ ਨੇ ਹੁਣ ਖਾਲਸਾ ਜੀ ਇਹ ਪੰਕਤੀ ਦੇ ਅਰਥ ਸਮਝਾਏ ਆ, ਭਾਈ ਇੱਥੇ ਜਾਗਦੇ ਕਿਹਨੂੰ ਆਖਿਆ ਹੋਇਆ ਤੇ ਸੁੱਤੇ ਕੌਣ ਹੈ ਇੱਥੇ। ਤੋ ਇਹ ਨਹੀਂ ਸਮਝਣਾ ਵੀ ਜਿਹੜੇ ਸੁੱਤੇ 10 ਵਜੇ ਤੱਕ ਮੂੰਹ ਨਹੀਂ ਧੋਂਦੇ, ਆਖੇ ਜੀ ਸ਼ੇਰਾਂ ਦੇ ਮੂੰਹ ਧੋਤੇ ਹੁੰਦੇ ਆ, ਕੋਈ ਨਾਮ ਨਹੀਂ, ਕੋਈ ਸਿਮਰਨ ਨਹੀਂ, ਕੋਈ ਜਾਪ ਨਹੀਂ, ਤੋ ਪਸ਼ੂਆਂ ਵਾਂਗ ਜੀਵਨ ਬਤੀਤ ਕਰਨ। ਤੋ ਗਰੀਬ ਨਵਾਜ ਕਹਿੰਦੇ ਉਹ ਸੁੱਤਾ ਹੋਇਆ ਪ੍ਰਵਾਨ ਨਹੀਂ, ਪਰ ਕਈ ਵਾਰੀ ਸੁੱਤਾ ਹੋਇਆ ਵੀ ਪ੍ਰਵਾਨ ਹੈ, ਪਰ ਸੌ ਸੰਗਤ ਵਿੱਚ ਆ ਕੇ ਜਾਵੇ, ਉਹਦੇ ਨਾਲ ਖਾਲਸਾ ਜੀ ਚਲੋ ਜਿਹੜਾ ਕੁਝ ਬਾਹਰ ਵਰਤਦਾ ਉਹਦੇ ਨਾਲ ਤਾਂ ਚੰਗੇ ਆ ਨਾ। ਮਹਾਰਾਜ ਕਹਿੰਦੇ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ, ਜਾਗ ਕੇ ਵਿਸ਼ੇ ਭੋਗਣ ਨਾਲੋਂ ਖਾਲਸਾ ਜੀ ਸੁੱਤੇ ਹੋਏ ਨੂੰ ਸੁਪਨਾ ਆਇਆ ਹੀ ਚੰਗਾ ਜੇ ਸੁਪਨੇ 'ਚ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਉਹ 1000 ਵਰੇ ਜਾਗਣ ਨਾਲੋਂ ਇੱਕ ਛਿਣ ਦਾ ਸੁਪਨਾ ਕਈ ਦਰਜੇ ਚੰਗਾ ਹੈ, ਜਿਸ ਸੁਪਨੇ ਦੇ ਵਿੱਚ ਪਰਮੇਸ਼ਰ ਦੀ ਯਾਦ ਆਵੇ। ਤੋ ਇਸੇ ਤਰ੍ਹਾਂ ਕਈ ਇੱਥੇ ਖਾਲਸਾ ਜੀ ਕਹਿ ਦਿੰਦੇ ਜੀ ਜੇ ਮਨ ਨਹੀਂ ਲੱਗਦਾ ਤੇ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਜੀ, ਜੇ ਮਨ ਨਹੀਂ ਤੇ ਜੇ ਗੁਰੂ ਘਰ ਕੀ ਕਰਨ ਜਾਣਾ, ਇਹਦਾ ਮਨ ਨਹੀਂ ਸਾਫ਼। ਜੇ ਮਨ ਹੀ ਸਾਫ਼ ਹੋਵੇ ਖਾਲਸਾ ਜੀ ਫਿਰ ਤਾਂ ਗੁਰਦੁਆਰਾ ਹੀ ਅੰਦਰ ਬਣ ਗਿਆ ਨਾ। ਤੋ
ਮਨ ਦੀ ਮੈਲ ਕੱਟਣ ਵਾਸਤੇ ਤਾਂ ਮਹਾਰਾਜ ਸਤਿਗੁਰਾਂ ਦੇ ਚਰਨ ਪਰਸਨੇ ਆ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਵੀ ਮੈਲੇ ਹਾਂ ਤਾਂ ਮਹਾਰਾਜ ਦੇ ਪਾਸ ਆਉਣੇ, ਵੀ ਮਹਾਰਾਜ ਸਾਡੇ ਤੇ ਵੀ ਦਇਆ ਕਰੋ ਨਾ ਗਰੀਬ ਨਵਾਜ, ਸਾਡੇ ਮਨ ਦੇ ਹਨੇਰੇ ਨੂੰ ਆਪਦੇ ਗੁਰਬਾਣੀ ਪ੍ਰਕਾਸ਼ ਚਾਨਣ ਦੇ ਨਾਲ ਮਹਾਰਾਜ ਦਇਆ ਕਰਕੇ ਦੂਰ ਕਰੋ। ਇਹੀ ਲੈਣ ਆਏ ਆ ਨਾ। ਤੇ ਜੇ ਖਾਲਸਾ ਜੀ ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਫਿਰ ਤਾਂ ਆਹ ਖੇਡ ਬਣ ਜਾਂਦੀ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਦਇਆ ਕਰਨੇ। ਸ਼ੁਭ ਸਿੱਖਿਆ ਮਹਾਰਾਜ ਦੀ ਹਿਰਦੇ ਵਸੇ, ਹੋਈਆਂ ਭੁੱਲਾਂ ਦੀ ਖਿਮਾ। ਕਵੀ ਜੀਆਂ ਖਾਲਸਾ ਜੀ ਬਹੁਤ ਸੁਚੱਜੇ ਢੰਗ ਨਾਲ ਜਿਹੜੀਆਂ ਪੰਕਤੀਆਂ ਤੇ ਸ਼ੰਕਾ ਸਾਡੇ ਮਨ ਵਿੱਚ ਕੋਈ ਉੱਠੇ, ਉਹ ਸਿੱਖਾਂ ਦੇ ਮੂੰਹੋਂ ਕਹਾ ਕੇ ਮਹਾਰਾਜ ਨੇ, ਕਵੀ ਸੰਤੋਖ ਸਿੰਘ ਜੀ ਨੇ ਤੇ ਗਰੀਬ ਨਵਾਜ ਦੇ ਮੂੰਹੋਂ ਸ਼ੰਕੇ ਦੀ ਨਿਵਰਤੀ ਕਰਾ ਕਰਕੇ ਸਾਡੇ ਵੀ ਮਨ ਦੇ ਸ਼ੰਕੇ ਦੂਰ ਕੀਤੇ। ਵੀ ਜਿਵੇਂ ਪਿੱਛੇ ਵੀ ਕੁਝ ਪੰਕਤੀਆਂ ਜਿਹੜੀਆਂ ਆਈਆਂ ਸਨ, ਉਹਨਾਂ ਦੇ ਵੀ ਨਿਰਣੇ ਕੀਤੇ ਆ। ਵੀ ਮਹਾਰਾਜ ਵੀ ਇੱਕ ਪਾਸੇ ਤਾਂ ਕਰਮਾਂ ਦੀ ਸਜ਼ਾ ਮਿਲਦੀ, ਦੂਜੇ ਪਾਸੇ ਕਹਿੰਦੇ ਪਰਮੇਸ਼ਰ ਹੀ ਸਾਰਾ ਕੁਝ ਕਰਦਾ। ਉੱਥੇ ਮਹਾਰਾਜ ਨੇ ਫਿਰ ਦੱਸਿਆ ਵੀ ਭਾਈ ਅਧਿਕਾਰੀ ਨੂੰ ਉਪਦੇਸ਼ ਹੁੰਦਾ, ਜਿਹੋ ਜਿਹਾ ਅਧਿਕਾਰੀ ਹੁੰਦਾ ਉਹੋ ਜਿਹਾ ਉਪਦੇਸ਼ ਦਿੱਤਾ ਜਾਂਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਸ਼੍ਰੇਸ਼ਟ ਬਖਤੇ ਹਨ। ਤੋ ਇਹ ਸਿੱਖਿਆ ਆਪ ਸਭ ਸੰਗਤ ਦੇ ਹਿਰਦੇ ਵਸੇ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਿਰਭੈ ਹੋਏ ਕਰ ਬੁਰੂ ਕਮਾਵਹਿ, ਸੋ ਬਿਨ ਗਿਆਨ ਛੂਛ ਰਹਿ ਜਾਵਹਿ। ਸੁਣ ਗੁਰ ਤੇ ਕਰ ਕੈ ਮਨ ਨੀਵਾ, ਸਤ ਸੰਗਤ ਕੋ ਸੇਵ ਸਦੀਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।